ਜੀ ਵਾਹਿਗੁਰੂ ਜੀ। ਮਨ ਹਾਲੀ ਕਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਪਾਉ ਕਰਮ ਕਰ ਜਮਸੀ, ਸੇ ਕਰ ਭਾਗਠ ਦੇਖ। ਬਾਬਾ ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਇਆ, ਵਿਰਲਾ ਬੂਝੇ ਕੋਏ। ਹਾਨ ਹਟ ਕਰ ਆਰਜਾ, ਆਰਜਾ ਸਤਨਾਮ ਕਰਵਥ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੂੰ ਰਖ। ਵਣਜਾਰਿਆਂ ਸਿਉ ਵਣਜ ਕਰ, ਲੈ ਲਾਹਾ ਮਨ ਹਸ। ਸੁਣ ਸਾਸਤ ਸੌਦਾਗਰੀ, ਸਤ ਕੋੜੇ ਲੈ ਚੱਲ, ਖਰਚ ਬਨ ਚੰਗਿਆਈਆਂ। ਮਤ ਮਨ ਜਾਣੇ ਕਲ, ਨਿਰੰਕਾਰ ਕੇ ਦੇਸ ਜਾਏ, ਤਾਂ ਸੁਖ ਲਏ ਮਹਲ। ਲਾਏ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ। ਬਨ ਬੱਧੀਆਂ ਕਰ ਧਾਵਣੀ, ਤਾਂ ਕੋ ਆਖੇ ਧਨ। ਨਾਨਕ ਵੇਖੇ ਨਦਰ ਕਰ, ਨਾਨਕ ਵੇਖੇ ਨਦਰ ਕਰ, ਚੜੇ ਚਵਗਣ ਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਸਾਰੀ ਸਾਧ ਸੰਗਤ ਜੀ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਜੀਵਨ ਗਾਥਾ ਆਪਾਂ ਆਰੰਭ ਕੀਤੀ ਹੋਈ ਆ, ਉਹਨਾਂ ਦੀ ਬਾਣੀ ਦੀ ਵਿਆਖਿਆ ਕੱਲ੍ਹ ਆਪਾਂ ਕੀਤੀ ਸੀ ਇੱਕ ਸ਼ਬਦ ਦੀ, ਕਿ ਗੁਰਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਿਤਰਾਈ, ਸਾਹਿਬ ਕਾ ਹੁਕਮ ਨ ਕਰਨਾ ਜਾਈ। ਜਿਹੜੇ ਮਹਾਂਪੁਰਖ ਪੈਗੰਬਰ ਹੁੰਦੇ ਨੇ, ਉਹ ਸੰਸਾਰ ਤੋਂ ਨਿਰਲੇਪ ਰਹਿ ਕੇ ਇੱਕ ਜ਼ਿੰਦਗੀ ਬਤੀਤ ਕਰਦੇ ਨੇ। ਉਹਨਾਂ ਨੂੰ ਕਹਿੰਦੇ ਨੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਫਿਰ ਜੇ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ ਤਾਂ ਕਰਦੇ ਕੀ ਨੇ? ਫਿਰ ਕੀ ਕਰਨ ਆਉਂਦੇ ਨੇ? ਜਾਂ ਸੰਸਾਰ ਵਿੱਚ ਰਹਿਣਾ ਹੀ ਨਹੀਂ ਹੈ, ਜਾਂ ਰਹਿਣਾ ਨਹੀਂ ਐਤ ਜਗ ਤਾਂ ਕਾਇਤ ਗਾਰ ਭੰਡੀਏ। ਜਦ ਸੰਸਾਰ ਦੇ ਨਾਲ ਸੰਪਰਕ ਤੋੜ ਕੇ ਜ਼ਿੰਦਗੀ ਜੀਣੀ ਹੈ, ਤੇ ਫਿਰ ਸੰਸਾਰ ਵਿੱਚ ਆਉਣਾ ਕਿਉਂ ਆ? ਮਹਾਰਾਜ ਕਹਿੰਦੇ ਜੀ ਦਾਨ ਦੇ। ਉਹ ਸੰਸਾਰ ਨੂੰ ਜੀਵਨ ਦਾਨ ਦੇਣ ਆਉਂਦੇ ਨੇ, ਉਹ ਹੱਟੀਆਂ ਕਰਨ ਨਹੀਂ ਆਉਂਦੇ, ਉਹ ਸੌਦੇ ਕਰਨ ਨਹੀਂ ਆਉਂਦੇ, ਉਹ ਧੀਆਂ ਪੁੱਤਰ ਪਾਲਣ ਨਹੀਂ ਆਉਂਦੇ, ਉਹ ਆਪਣੇ ਪਰਿਵਾਰ ਨੂੰ ਵੱਡਾ ਕਰਨ ਨਹੀਂ ਆਉਂਦੇ। ਉਹ ਸੰਸਾਰ ਨੂੰ ਇੱਕ ਜੀਵਨ ਦਾਨ ਦੇਣ ਆਉਂਦੇ ਨੇ। ਜੀ ਦਾਨ ਦੇ, ਭਗਤੀ ਲਾਇਣ, ਤੇ ਭਗਤੀ ਵਿੱਚੋਂ ਇੱਕ ਜੀਵਨ ਮਿਲਦਾ ਹੈ। ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ। ਹਾਂਜੀ, ਹਰ ਨਾਮੋ ਹਰ ਨਾਮ ਦੇ, ਮੇਰੇ ਪ੍ਰਾਣ ਵਸਾਏ ਰਾਮ। ਆਪ ਜਪੇ ਅਵਰੈ ਨਾਮ ਜਪਾਵੇ, ਉਹਨਾਂ ਦਾ ਕੰਮ ਇਹ ਹੈ। ਕਬੀਰ ਨੇ ਵੀ ਕਿਹਾ ਨਾ, ਕਬੀਰ ਸੇਵਾ ਕੋ ਦੋਏ ਭੱਲੇ, ਇੱਕ ਸੰਤ ਇੱਕ ਰਾਮ।
ਸੰਤਾਂ ਦਾ ਕੰਮ ਸੀ ਰੱਬ ਦਾ ਨਾਮ ਜਪਾਉਣਾ। ਕਬੀਰ ਨੇ ਜਪਾਇਆ, ਭਗਤ ਰਵਿਦਾਸ ਜੀ ਨੇ ਜਪਾਇਆ, ਉਹਨਾਂ ਦਾ ਕੰਮ ਹੈ ਜਪਾਉਣਾ। ਪਰ ਜਿਹੜੇ ਸੰਤ ਨਹੀਂ ਬਣ ਸਕਦੇ, ਜਿਹੜੇ ਨਹੀਂ ਬਣੇ ਹੁੰਦੇ, ਆਪਣੇ ਆਪ ਨੂੰ ਧਰਮ ਦਾ ਪਹਿਰਾਵਾ ਪਾ ਲੈਂਦੇ ਨੇ ਪਰ ਸੰਤ ਨਹੀਂ ਹੁੰਦੇ। ਉਹ ਫਿਰ ਕੌਮਾਂ ਨੂੰ ਲੜਾਉਂਦੇ ਨੇ ਤੇ ਮਰਵਾਉਂਦੇ ਨੇ। ਤੇ ਜਿਹੜੇ ਸੰਤ ਹੁੰਦੇ ਨੇ ਉਹ ਜਪਦੇ ਤੇ ਜਪਾਉਂਦੇ ਨੇ। ਤੇ ਜਿਹੜੇ ਸੰਤ ਨਹੀਂ ਬਣੇ, ਵੈਸੇ ਉਹਨਾਂ ਦੀ ਕੂੜੇ ਮੂਰਖ ਕੀ ਹਠ ਹੀਸਾ, ਜੋ ਪ੍ਰੈਮਾਨੇ ਤਿੰਨ ਕੀ ਰੀਸਾ। ਉਹਨਾਂ ਦੀ ਰੀਸ ਕਰਨ ਨੂੰ ਫਿਰਦੇ ਨੇ, ਕੱਪੜੇ ਪਾ ਕੇ ਧਰਮ ਦੇ। ਸੰਤ ਬਣਨ ਨੂੰ ਫਿਰਦੇ ਨੇ, ਸੰਤ ਬਣ ਨਹੀਂ ਸਕੇ। ਫਿਰ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਕੌਮਾਂ ਨੂੰ ਲੜਵਾਇਆ ਤੇ ਮਰਵਾਇਆ। ਤੇ ਜਿਹੜੇ ਅਸਲੀ ਸੰਤ ਹੁੰਦੇ ਨੇ, ਜੀ ਦਾਨ ਦੇ ਭਗਤੀ ਲਾਇਣ, ਉਹ ਲੋਕਾਂ ਨੂੰ ਭਗਤੀ ਵਾਲੇ ਪਾਸੇ ਲਾਉਂਦੇ ਨੇ, ਜੀਵਨ ਦਾਨ ਦਿੰਦੇ ਨੇ। ਤੇ ਫਿਰ ਭਗਤੀ ਦਾ ਫਿਰ ਇੱਕ ਫਲ ਹੁੰਦਾ ਹੈ, ਹਰ ਸੋ ਲੈਣ ਮਿਲਾਏ। ਉਹ ਹਰੀ ਦੇ ਨਾਲ ਫੇਰ ਮਿਲਾਉਂਦੇ ਨੇ। ਤੇ ਉਹਨਾਂ ਦਾ ਵਰਤੋਂ ਵਿਹਾਰ ਦੁਨੀਆ ਨੂੰ ਇੱਕ ਵੱਖਰੇ ਕਿਸਮ ਦਾ ਹੀ ਹੁੰਦਾ ਹੈ। ਉਹ ਵੱਖਰੀ ਕਿਸਮ ਦੀ ਖੇਤੀ ਕਰਦੇ ਨੇ, ਵੱਖਰੀ ਕਿਸਮ ਦੀ ਉਹ ਫਿਰ ਹੱਟੀ ਕਰਦੇ ਨੇ, ਵੱਖਰੇ ਕਿਸਮ ਦਾ ਉਹ ਵਣਜ ਵਪਾਰ ਕਰਦੇ ਨੇ। ਫਿਰ ਉਹ ਬਕਾਇਦਾ ਜ਼ਿਕਰ ਕਰਦੇ ਨੇ ਵੀ ਅਸੀਂ ਕੀ ਕਰਦੇ ਹਾਂ। ਕਬੀਰ ਨੇ ਵੀ ਕਿਹਾ ਨਾ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਵੱਖੋ ਵੱਖਰੇ ਵਪਾਰੀ ਨੇ ਧਰਤੀ ਦੇ ਉੱਤੇ, ਵਣਜ ਵਪਾਰ ਕਰਦੇ ਨੇ। ਪਰ ਸੰਤੋ ਬਣਜਿਆ ਨਾਮ ਗੋਬਿੰਦ ਕਾ, ਉਹ ਕੇਵਲ ਤੇ ਕੇਵਲ ਰੱਬ ਦਾ ਨਾਮ, ਹੋਰ ਕੁਛ ਨਹੀਂ। ਤੇ ਆਓ ਧੰਨ ਗੁਰੂ ਨਾਨਕ ਸਾਹਿਬ ਦੇ ਅੱਜ ਆਪਾਂ 2 ਸ਼ਲੋਕਾਂ ਦੀ ਵਿਆਖਿਆ ਕਰਨੀ ਹੈ। ਮਹਾਰਾਜ ਨੇ ਸਾਨੂੰ ਕਿਹਾ ਵੀ ਬੰਦੇ ਦੇ ਕੋਲ, ਮੈਂ ਤੇ ਪੋਸਟ ਪਾਈ, ਫਸਲ ਅਹਾੜੀ ਏਕ ਨਾਮ ਸਾਮਣੀ ਸਚ ਨਾਉ, ਮੈਂ ਦੂਧ ਲਿਖਾਇਆ ਦੁਨੀਆ ਦੇ ਦਰ, ਮੈਂ ਖਸਮੇ ਕੇ ਦਰ ਜਾਉ। 2 ਫਸਲਾਂ ਹੁੰਦੀਆਂ ਨੇ, ਇੱਕ ਨੂੰ ਹਾੜੀ ਕਹਿੰਦੇ ਨੇ, ਇੱਕ ਨੂੰ ਸੌਣੀ ਕਹਿੰਦੇ ਨੇ। ਹਾੜੀ ਫਸਲ ਜਿਹੜੀ ਆ ਉਹਨੂੰ ਕਣਕ 'ਚ ਆ ਜਾਂਦੀ ਆ। ਸੌਣੀ ਜਿਹੜੀ ਆ ਉਹ ਮੱਕੀ, ਬਾਜਰਾ, ਇਹ ਤਾਦਕ ਜਿਹੜੀਆਂ ਫਸਲਾਂ ਹੁੰਦੀਆਂ ਨੇ, ਇਹਨੂੰ ਸੌਣੀ ਦੀ ਫਸਲ ਬੋਲਦੇ ਨੇ। ਤੇ ਪਰਿਵਾਰ ਨੇ ਆਖਿਆ ਵੀ ਜੇ ਤੁਸੀਂ ਵਪਾਰ ਨਹੀਂ ਕਰਨਾ, ਜੇ ਤੁਸੀਂ ਹੱਟੀ ਨਹੀਂ ਕਰਨੀ, ਤੇ ਖੇਤੀ ਕਰ ਲਓ। ਪਿਤਾ ਦੀ ਜ਼ਮੀਨ ਚੋਖੀ ਜ਼ਮੀਨ ਹੈ ਤੇ ਤੁਸੀਂ ਹਲ ਚਲਾਓ, ਖੇਤੀ ਕਰੋ ਜੇ। ਤੇ ਮਾਰੇ ਕਹਿੰਦੇ ਅਸੀਂ ਖੇਤੀ ਕਰਦੇ ਹਾਂ। ਫਸਲ ਅਹਾੜੀ, ਸਾਡੇ ਕੋਲ ਇੱਕ ਫਸਲ ਵਾ, ਉਹਨੂੰ ਹਾੜੀ ਕਹਿੰਦੇ ਨੇ। ਉਹ ਕੀ, ਏਕ ਨਾਮ, ਇੱਕ ਰੱਬ ਦਾ ਨਾਮ ਜਿਹੜਾ ਵਾ, ਇਹ ਮਾਨੋ ਹਾੜੀ ਦੀ ਫਸਲ ਆ ਸਾਡੀ। ਤੇ ਸਾਵਣੀ ਸੱਚ ਨਾਉ, ਤੇ ਰੱਬ ਦੀ ਸਿਫਤ ਸਲਾਹ ਕਰਨੀ, ਇਹ ਮਾਨੋ ਸੌਣੀ ਦੀ ਫਸਲ ਆ ਸਾਡੇ ਕੋਲ। ਤੇ ਮੈਂ ਦੂਧ ਲਿਖਾਇਆ ਖਸਮੇ ਦੇ ਦਰ ਜਾਓ। ਤੇ ਮੇਰੇ ਕੋਲ ਫਸਲ ਦਾ ਸਦਕਾ ਮੈਨੂੰ ਇੱਕ ਪੱਟਾ ਲਿਖ ਕੇ ਦਿੱਤਾ ਗਿਆ ਵੀ ਤੁਸੀਂ ਹੁਣ ਖਸਮ ਦੇ ਦਰ ਤੱਕ ਜਾ ਸਕਦੇ ਹੋ। ਜਿਹਦੇ ਕੋਲ ਸੌਣੀ ਦੀ ਫਸਲ ਹੋਊਗੀ, ਹਾੜੀ ਦੀ ਫਸਲ ਹੋਊਗੀ, ਉਹਦੇ ਕੋਲ ਧਨ ਦੌਲਤ ਹੋਏਗੀ। ਤੇ ਧਨ ਦੌਲਤ ਵਾਲਾ ਬੰਦਾ ਫਿਰ ਰੱਬ ਦੀ ਹਜ਼ੂਰੀ ਵਿੱਚ ਜਾਂਦਾ ਹੈ। ਮਹਾਰਾਜ ਨੇ ਜ਼ਿਕਰ ਕੀਤਾ 2 ਫਸਲਾਂ ਦਾ। ਤੇ ਬੰਦੇ ਦੇ ਕੋਲ ਇਹ ਬਾਹਰੀ ਜਿਹੜੀਆਂ ਫਸਲਾਂ ਨੇ ਨਾ, ਇਹਦਾ ਸਮਾਂ 6 ਮਹੀਨੇ ਦਾ ਹੈ। ਇਹ 6 ਮਹੀਨੇ ਬਾਅਦ ਅਸੀਂ ਇੱਕ ਫਸਲ ਵੱਢਦੇ ਹਾਂ। ਜਾਣੀ ਕਿ 12 ਮਹੀਨਿਆਂ 'ਚ 2 ਫਸਲਾਂ ਅਸੀਂ, ਜਿਹੜੇ ਬਾਹਰੀ ਸਾਡੇ ਕੋਲ ਖੇਤ ਵਾ ਨਾ,
ਉਸ ਖੇਤ ਦੇ ਵਿੱਚੋਂ ਅਸੀਂ 12 ਮਹੀਨਿਆਂ 'ਚ 2 ਫਸਲਾਂ ਲੈਂਦੇ ਹਾਂ। ਇੱਕ ਨੂੰ ਸਾਉਣੀ ਕਹਿੰਦੇ ਨੇ, ਇੱਕ ਨੂੰ ਹਾੜੀ ਕਹਿੰਦੇ ਨੇ। ਪਰ ਬੰਦੇ ਕੋ ਜਿਹੜੇ 24 ਘੰਟੇ ਆ ਨਾ, ਇਹਦੇ ਵਿੱਚ 2 ਫਸਲਾਂ ਬੀਜ ਸਕਦਾ ਹੈ ਤੇ 2 ਵੱਢ ਸਕਦਾ ਹੈ। ਇੱਕ ਰਾਤ ਦੀ ਫਸਲ ਵਾ ਸਾਡੇ ਕੋਲ, ਇੱਕ ਦਿਨ ਦੀ ਫਸਲ ਹੈ। ਮਹਾਰਾਜ ਨੇ ਦੋਵਾਂ ਦਾ ਜ਼ਿਕਰ ਕੀਤਾ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਮਨਮੁਖ ਵੀ ਬੀਜਦਾ ਹੈ, ਗੁਰਮੁਖ ਵੀ ਬੀਜਦਾ ਹੈ। ਗੁਰਮੁਖ ਬੀਜੀ ਆਪਣੇ ਭਲੇ ਨੂੰ। ਤੇ ਮਹਾਰਾਜ ਦੇ ਸਾਵਣ ਰਾਤ ਮਨਮੁਖ ਕੀ ਬੀਜਦਾ ਹੈ, ਇੱਕ ਰਾਤ ਦੀ ਫਸਲ ਬੀਜਦਾ ਹੈ, ਉਹਨੂੰ ਸਾਉਣੀ ਕਹਿੰਦੇ ਨੇ। ਤੇ ਮਹਾਰਾਜ ਸਾਵਣ ਰਾਤ, ਜਿਹੜੀ ਰਾਤ ਵਾ ਨਾ ਸਾਡੇ ਕੋਲ, ਜਦੋਂ ਸੂਰਜ ਛਿਪ ਜਾਂਦਾ ਹੈ, ਚੰਦਰਮਾ ਚੜ੍ਹਦਾ ਹੈ, ਇੱਕ ਫਸਲ ਬੀਜਣ ਦਾ ਟਾਈਮ ਹੁੰਦਾ ਹੈ ਹੁਣ। ਤੇ ਇਹਨੂੰ ਇੱਕ ਸਾਵਣ ਦੀ ਫਸਲ ਬੋਲਦੇ ਨੇ, ਰਾਤ ਦੀ ਫਸਲ ਨੂੰ। ਤੇ ਮਨੁੱਖ ਕੀ ਕਰਦਾ ਹੈ, ਸਾਵਣ ਰਾਤ, ਇਹ ਬੰਦੇ ਜਿਹੜਾ ਰਾਤ ਵਾ ਨਾ ਤੇਰੇ ਕੋ, ਇੱਕ ਮਾਨੋ ਸਾਉਣੀ ਦੀ ਫਸਲ ਵਾ ਜਿਹੜੀ ਬੀਜਣੀ ਹੈ। ਤੇ ਆਹਾੜ ਦੇਹੋ, ਜਿਹੜਾ ਦਿਨ ਵਾ ਨਾ ਸਾਡੇ ਕੋਲ 12 ਘੰਟੇ, ਇਹ ਮਾਨੋ ਹਾੜੀ ਦੀ ਫਸਲ ਵਾ। ਤੇ ਮਨਮੁਖ ਜਿਹੜਾ ਵਾ ਉਹ ਇਸ ਫਸਲ ਕੀ ਬੀਜਦਾ ਫਿਰ? ਮਾਰ ਕਹਿੰਦੇ ਨੇ ਸਾਵਣ ਰਾਤ, ਜਿਹੜੀ ਰਾਤ ਵਾ ਇਹ ਸਾਉਣੀ ਦੀ ਫਸਲ ਆ। ਆਹਾੜ ਦਿਓ, ਜਿਹੜਾ ਹਾੜ ਵਾ ਦਿਨ ਵਾ, ਮਾਨੋ ਹਾੜ ਦੀ ਫਸਲ ਆ। ਤੇ ਮਨਮੁਖ ਵਿੱਚ ਕੀ ਬੀਜਦਾ ਇਹਦੇ, ਤੇ ਗੁਰਮੁਖ ਕੀ ਬੀਜਦਾ? ਦੋਵਾਂ ਦੇ ਬੜੇ ਵੱਡਾ ਫਰਕ ਹੈ। ਕਾਮ ਕ੍ਰੋਧ ਦੋਏ ਖੇਤ, ਬੰਦਾ 2 ਫਸਲਾਂ ਬੀਜਦਾ। ਰਾਤ ਨੂੰ ਕਾਮ ਬੀਜਦਾ ਹੈ। ਮਰ ਕਿਹਾ ਹੈਗਾ ਹੈ ਤੇ ਗੱਲ ਹੋਰ ਤਰ੍ਹਾਂ ਦੀ ਥੋੜ੍ਹੀ ਜੀ, ਪਰ ਹੁਣ ਬਾਣੀ 'ਚ ਲਿਖੀ, ਮੈਂ ਤਾਂ ਕਹਿ ਰਿਹਾ। ਮਨਮੁਖ ਕੀ ਬੀਜਦਾ ਹੈ? ਰਾਤ ਨੂੰ ਕਾਮ ਦੀ ਫਸਲ ਬੀਜਦਾ ਹੈ। ਕਾਮ ਕ੍ਰੋਧ ਦੋਏ ਖੇਤ, ਜਿਹੜਾ ਰੱਬ ਤੋਂ ਟੁੱਟਿਆ, ਪਰਮੇਸ਼ਰ ਤੋਂ ਦੂਰ ਹੈ, ਸੰਗਤ ਤੋਂ ਦੂਰ ਹੈ, ਉਹ ਰਾਤ ਨੂੰ ਕਾਮ ਦੀ ਫਸਲ ਬੀਜਦਾ ਆਪਣੀ ਸਰੀਰ ਰੂਪੀ ਭੂਮੀ ਵਿੱਚ। ਮਾਨੋ ਇਹ ਸਾਉਣੀ ਦੀ ਫਸਲ ਬੀਜਦਾ ਬੰਦਾ। ਕਾਮ ਕ੍ਰੋਧ, ਦਿਨੇ ਕ੍ਰੋਧ ਦੀ ਫਸਲ ਬੀਜਦਾ ਹੈ। ਦਿਨੇ ਲੜਦਾ ਹੈ, ਝਗੜਦਾ ਹੈ ਲੋਕਾਂ ਦੇ ਨਾਲ। ਦਿਨੇ ਕ੍ਰੋਧ ਦੀ ਅਗਨੀ, ਤੇ ਰਾਤ ਨੂੰ ਕਾਮ ਦੀ ਅਗਨੀ ਵਿੱਚ ਬੰਦਾ ਜੀਂਦਾ ਹੈ। ਮਹਾਰਾਜ ਨੇ ਐਸਾ ਜ਼ਿਕਰ ਕੀਤਾ ਹੈ ਕਿ ਇਸਤਰੀ ਪੁਰਖੇ ਜਾਨ ਇਸ ਮੇਲਾ, ਉਥੇ ਮੰਦ ਕਮਾਈ। ਇਸਤਰੀ ਪੁਰਖ ਜਿਹੜੇ ਨੇ ਉਹ ਰਾਤ ਨੂੰ ਮਿਲ ਕੇ ਕਾਮ ਦੀ ਫਸਲ ਬੀਜਦੇ ਨੇ ਇਸ ਸਰੀਰ ਰੂਪੀ ਭੂਮੀ ਵਿੱਚ, ਇਸ ਮਤ ਰੂਪੀ ਭੂਮੀ ਦੇ ਵਿੱਚ ਕਾਮ ਦੀ ਫਸਲ ਬੀਜਦੇ ਨੇ। ਤੇ ਫਸਲ ਐਵੇਂ ਨਹੀਂ ਬੀਜੀ ਜਾਂਦੀ। ਫਸਲ ਨੂੰ ਬੀਜਣ ਵਾਸਤੇ ਪਹਿਲੋਂ ਵੱਤਰ ਚਾਹੀਦਾ ਹੈ। ਤੇ ਲੱਭ ਵੱਤਰ, ਜਿਹੜਾ ਬੰਦੇ ਦੇ ਅੰਦਰ ਲੋਭ ਵਾ ਨਾ, ਇਹ ਮਾਨੋ ਵੱਤਰ ਵਾ। ਕਿਉਂਕਿ ਵੱਤਰ ਨਾ ਜਿੰਨਾ ਚਿਰ ਹੋਵੇ ਉਹਨਾਂ ਚਿਰ ਫਸਲ ਬੀਜੀ ਨਹੀਂ ਜਾਂਦੀ। ਤੇ ਜਿੰਨਾ ਚਿਰ ਬੰਦੇ ਦੇ ਅੰਦਰ ਲੋਭ ਨਾ ਹੋਵੇ, ਇਹ ਕਾਮ ਕ੍ਰੋਧ ਦੀ ਖੇਤੀ ਉਗਦੀ ਨਹੀਂ ਹੈ। ਇਹ ਲੋਭ ਹੀ ਖੇਤੀ ਉਗਾਉਂਦਾ ਹੈ। ਕਾਮ ਕ੍ਰੋਧ ਦੋਏ ਖੇਤ, ਤੇ ਲੱਭ ਵੱਤਰ, ਜਿਹੜਾ ਸਾਡੇ ਅੰਦਰ ਲੋਭ ਹੈ ਨਾ, ਮਾਨੋ ਇਹ ਵੱਤਰ ਦਾ ਕੰਮ ਕਰਦਾ ਹੈ। ਤੇ ਦਰੋਗ ਬੀਓ, ਜਿਹੜਾ ਸਾਡੀ ਜ਼ਿੰਦਗੀ 'ਚ ਝੂਠ ਵਾ ਨਾ, ਝੂਠ ਹੀ ਬੋਲੀ ਜਾਣਾ, ਬਿਨਾਂ ਵਜ੍ਹਾ ਦੇ ਝੂਠ ਬੋਲੀ ਜਾਣਾ, ਜਾਂ ਝੂਠ ਫਰੇਬ ਕਰਨਾ। ਮਾਰ ਕਹਿੰਦੇ ਦਰੋਗ ਬੀਓ, ਇਸ ਸਰੀਰ ਰੂਪੀ ਧਰਤੀ ਵਿੱਚ ਮਨੁੱਖ ਨੇ ਝੂਠ ਦਾ ਬੀਜ ਬੀਜਿਆ ਹੋਇਆ ਵਾ। ਹਾਲੀ ਰਾਹ ਕਹੇ ਦਾ,
ਤੇ ਜਿਹੜਾ ਮੋਹ ਆ ਨਾ ਸਾਡੇ ਅੰਦਰ, ਮਾਨੋ ਇਹ ਹਾਲੀ ਆ। ਮੋਹ ਹੋਏਗਾ, ਲੋਭ ਹੋਏਗਾ, ਲੋਭ ਹੋਏਗਾ ਤੇ ਕ੍ਰੋਧ ਹੋਏਗਾ, ਕ੍ਰੋਧ ਹੋਏਗਾ ਤੇ ਕਾਮ ਹੋਏਗਾ। ਇਸ ਤਰ੍ਹਾਂ ਫਸਲ ਉਗਦੀ ਹੈ। ਤੇ ਜਦੋਂ ਕਾਮ ਕ੍ਰੋਧ ਦੇ ਖੇਤ ਬੀਜ ਲੈ ਕੇ ਖੇਤੀ ਵਿੱਚ, ਸਰੀਰ ਰੂਪੀ ਖੇਤੀ ਵਿੱਚ ਫਸਲ ਬੀਜ ਲਈ ਗਈ, ਹਲ ਵਿਚਾਰ, ਜਿਹੜੇ ਬੰਦੇ ਦੀ ਵਿਚਾਰ ਵਾ ਨਾ, ਮਾਨੋ ਇਹ ਹਲ ਦਾ ਕੰਮ ਕਰ ਰਹੀ ਹੈ। ਹਲ ਤੋਂ ਬਿਨਾਂ ਸਬਜ਼ੀ ਆਪਣੇ ਫਸਲ ਬੀਜੀ ਨਹੀਂ ਜਾਂਦੀ। ਫਸਲ ਬੀਜਣ ਵਾਸਤੇ ਵੱਤਰ ਵੀ ਚਾਹੀਦਾ ਹੈ ਤੇ ਲੱਭ ਵੱਤਰ ਹੈ। ਫਸਲ ਬੀਜਣ ਵਾਸਤੇ ਜੇ ਵੱਤਰ ਦੀ ਲੋੜ ਹੈ ਤੇ ਫਸਲ ਨੂੰ ਬੀਜਣ ਵਾਸਤੇ ਹਲ ਦੀ ਵੀ ਲੋੜ ਹੁੰਦੀ ਹੈ। ਤੇ ਮਹਾਰਾਜ ਨੇ ਹਲ ਵਿਚਾਰ, ਜਿਹੜੇ ਬੰਦੇ ਦੇ ਵਿਚਾਰ ਵਾ ਨਾ, ਮਾਨੋ ਇਹ ਹਲ ਦਾ ਕੰਮ ਕਰ ਰਹੇ ਨੇ। ਇਹ ਖੇਤੀ, ਇਹ ਕਾਮ ਕ੍ਰੋਧ ਦੀ ਖੇਤੀ ਬੀਜਣ ਵਿੱਚ ਬੜੇ ਸਹਾਈ ਨੇ ਵਿਚਾਰ। ਜਿਹੜੇ ਸਾਡੇ ਇਹ ਜਗ੍ਹਾ ਬਣਾਉਂਦੇ ਨੇ ਵਿਚਾਰ, ਜਿਹੜੇ ਨੇ ਨਾ ਸਾਡੇ, ਇਹ ਸਾਡੇ ਅੰਦਰ ਕ੍ਰੋਧ ਤੇ ਕਾਮ ਦੀ ਖੇਤੀ ਬੀਜਣ ਵਾਸਤੇ ਸਹਾਈ ਹੁੰਦਾ ਹੈ। ਸਾਡੀ ਵਿਚਾਰਧਾਰਾ, ਹਲ ਵਿਚਾਰ, ਵਿਕਾਰ ਮਨ। ਤੇ ਫਿਰ ਜਦੋਂ ਬੰਦਾ ਕ੍ਰੋਧ ਦੀ ਖੇਤੀ ਬੀਜਦਾ ਹੈ, ਕਾਮ ਦੀ ਖੇਤੀ ਬੀਜਦਾ ਹੈ, ਲੋਭ ਨੂੰ ਵੱਤਰ ਬਣਾਉਂਦਾ ਹੈ, ਝੂਠ ਨੂੰ ਆਪਣੇ ਦਰੋਗ ਬੀਓ, ਝੂਠ ਦਾ ਬੀਜ ਬੀਜਦਾ ਖੇਤੀ, ਸਰੀਰ ਰੂਪੀ ਖੇਤੀ ਵਿੱਚ। ਹਾਲੀ ਰਾਖ ਹੇਤ, ਮੋਹ ਮਾਨੋ ਹਾਲੀ ਦਾ ਕੰਮ ਕਰਦਾ ਹੈ। ਤੇ ਵਿਚਾਰ, ਹਲ ਵਿਚਾਰ, ਵਿਕਾਰ ਮਨ। ਫਿਰ ਅੱਗੇ ਬੋਲ ਕੀ ਲੱਗਦਾ ਹੈ? ਕਿਉਂਕਿ ਜਦੋਂ ਖੇਤੀ ਨੂੰ ਵੱਢ ਕੇ ਫਿਰ ਉਹਨੂੰ ਗਾਇਆ ਜਾਂਦਾ ਸੀ, ਉਹਨੂੰ ਮਸ਼ੀਨਾਂ, ਹੁਣ ਤਾਂ ਮਸ਼ੀਨੀ ਯੁੱਗ ਹੋ ਗਿਆ, ਉਦੋਂ ਗਾਉਂਦੇ ਸੀ ਲੋਕ ਡੰਗਰਾਂ ਦੇ ਨਾਲ, ਫਲਾਂ ਦੇ ਨਾਲ, ਫਲੇ ਜਿਉਣੇ। ਮਰ ਕਹਿੰਦੇ ਹਲ ਵਿਚਾਰ ਵਿਕਾਰ ਮਨ। ਜ਼ਿੰਦਗੀ ਵਿੱਚ ਢੇਰ ਲੱਗ ਗਿਆ ਵਿਕਾਰਾਂ ਦਾ, ਬੋਲ ਲੱਗ ਗਿਆ। ਲੋਭ ਦਾ ਢੇਰ ਲੱਗਾ ਸਾਡੇ ਅੰਦਰ। ਖੇਤੀ ਜੋ ਬੀਜੀ ਝੂਠ ਦੀ, ਖੇਤੀ ਜੋ ਬੀਜੀ ਕ੍ਰੋਧ ਦੀ, ਤੇ ਵਿਕਾਰਾਂ ਦਾ ਹੁਣ ਬੋੜ ਲੱਗਾ ਸਾਡੇ ਸਰੀਰ ਰੂਪੀ ਮਨ, ਮਤ ਰੂਪੀ ਧਰਤ, ਆਪਣੀ ਖੇਤੀ ਦੇ ਅੰਦਰ। ਵਿਕਾਰ ਮਨ, ਕ੍ਰੋਧ ਦਾ ਢੇਰ ਲੱਗਾ ਸਾਡੇ ਅੰਦਰ, ਲੋਭ ਦਾ ਢੇਰ ਲੱਗ ਗਿਆ, ਬੋੜ ਲੱਗ ਗਿਆ, ਮੋਹ ਦਾ ਢੇਰ ਲੱਗ ਗਿਆ। ਕੋਈ ਖੇਤੀ ਜੋ ਬੀਜੀ ਦੂਸਰੀ, ਇਹ ਮਨਮੁਖ ਨੇ ਖੇਤੀ ਜਿਹੜੀ ਬੀਜੀ ਹੈ ਸਰੀਰ ਵਿੱਚ, ਮੈਂ ਉਸ ਦਾ ਜ਼ਿਕਰ ਕਰ ਰਿਹਾ। ਤੇ ਜਿਹੜੇ ਗੁਰਮੁਖ ਖੇਤੀ ਬੀਜਦੇ ਨੇ ਉਸ ਦਾ ਵੀ ਜ਼ਿਕਰ ਮਹਾਰਾਜ ਨੇ ਕੀਤਾ। ਹੁਣ ਮਨਮੁਖ ਦੀ ਖੇਤੀ ਤਾਂ ਇੰਨੀ ਔਖੀ ਨਹੀਂ ਹੈ ਬੀਜਣੀ। ਕ੍ਰੋਧ ਵੀ ਆਪਣੇ ਆਪ ਜ਼ਿੰਦਗੀ 'ਚ ਆ ਜਾਂਦਾ, ਲੋਭ ਵੀ ਆ ਜਾਂਦਾ ਹੈ, ਮੋਹ ਵੀ ਆ ਜਾਂਦਾ ਹੈ, ਹਾਂਜੀ, ਪਾਪ ਵੀ ਆ ਜਾਂਦੇ ਨੇ, ਕਾਮ ਵੀ ਆ ਜਾਂਦਾ। ਇਹ ਤਾਂ ਜ਼ਿੰਦਗੀ 'ਚ ਇਹ ਉਹ ਖੇਤੀ ਆ ਜਿਸ ਤਰ੍ਹਾਂ ਇੱਕ ਖੇਤੀ ਹੈ ਨਾ, ਸਾਡੀ ਜ਼ਮੀਨ ਹੋਵੇ, ਉਹਨੂੰ ਬੰਦਾ ਨਾ ਵਾਹੇ, ਕੁਛ ਨਾ ਕਰੇ, ਤੇ ਆਪਣੇ ਆਪ ਉੱਥੇ ਚੀਜ਼ਾਂ ਉਗ ਜਾਂਦੀਆਂ ਨੇ। ਮਨਮੁਖ ਜਿਹੜਾ ਵਾ ਅਨਵਾਹੀ ਪੈਲੀ ਹੈ, ਇਹ ਨਾ ਵੀ ਵਾਹਵੇ ਤਾਂ ਵੀ ਕ੍ਰੋਧ ਆ ਜਾਂਦਾ ਹੈ। ਕ੍ਰੋਧ ਨੂੰ ਬੀਜਣ ਵਾਸਤੇ, ਲੋਭ ਨੂੰ ਬੀਜਣ ਵਾਸਤੇ ਕੁਛ ਉਦਮ ਕਰਨ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ। ਜਿੱਦਾਂ ਹੁਣ ਜ਼ਮੀਨ ਵਿੱਚ ਬਰੂ, ਘਾਹ, ਮੈਣਾ, ਇਹ ਖੇਤੀਆਂ ਆਪਣੇ ਆਪ ਹੋ ਜਾਂਦੀਆਂ ਨੇ। ਇਹਨਾਂ ਨੂੰ ਬੀਜਣਾ ਨਹੀਂ ਪੈਂਦਾ, ਕ੍ਰੋਧ ਨੂੰ ਬੀਜਣਾ ਥੋੜ੍ਹਾ ਪੈਂਦਾ। ਕ੍ਰੋਧ ਆਪਣੇ ਆਪ ਹੀ ਹੋ ਜਾਂਦਾ ਧਰਤੀ ਵਿੱਚ। ਬਾਹਰੀ ਖੇਤੀ ਵਿੱਚ ਅਸੀਂ ਕਮਾਦ ਬੀਜਦੇ ਹਾਂ, ਕਦੀ ਬਰੂ ਨਹੀਂ ਬੀਜਦੇ, ਬਰੂ ਆਪਣੇ ਆਪ ਹੀ ਹੋ ਜਾਂਦਾ ਹੈ। ਕਣਕ ਬੀਜਦੇ ਹਾਂ, ਜਮੀ ਆਪਣੇ ਆਪ ਹੀ ਹੋ ਜਾਂਦੀ ਹੈ। ਕਣਕ ਬੀਜਣੀ ਪੈਂਦੀ ਹੈ, ਜਮੀ ਥੋੜ੍ਹਾ ਬੀਜਣੀ ਪੈਂਦੀ ਹੈ, ਜਮੀ ਤੇ ਆਪਣੇ ਆਪ ਹੋ ਜਾਂਦੀ ਹੈ। ਪੁਰਾਣੇ ਸਮੇਂ 'ਚ ਚਣੇ ਬੀਜਦੇ ਸਾਂ, ਮਸਰ ਬੀਜਦੇ ਸਾਂ, ਤੇ ਇਹ ਬੀਜਣੇ ਪੈਂਦੇ ਸੀ। ਤੇ ਵਿੱਚ ਇੱਕ ਹੋਰ ਹੁੰਦੀ ਸੀ, ਉਹਨੂੰ ਸਾਰੀ ਫਸਲ ਨੂੰ ਢੱਕ ਲੈਂਦਾ ਸੀ, ਮੈਣਾ। ਮੈਣਾ ਆਪਣੇ ਆਪ ਹੋ ਜਾਂਦਾ,
ਬਾਹਰ ਕਹਿੰਦੇ ਸਾਵਣ ਰਾਤ, ਇਹ ਬੰਦਿਆ ਜਿਹੜਾ ਤੇਰੇ ਕੋ ਰਾਤ ਵਾ ਨਾ, ਇਹ ਮਾਨੋ ਤੂੰ ਸਾਵਣ ਦੀ ਫਸਲ ਵਾ, ਹਾੜ ਦੇ ਦਿਨ ਤੇਰੇ ਕੋ ਹਾੜੀ ਆ, ਤੇ ਇਹਦੇ ਚ ਤੂੰ ਬੀਜਿਆ ਕੀ ਆ? ਕਾਮ ਕ੍ਰੋਧ ਦੋਏ ਖੇਤ, ਦੋ ਚੀਜ਼ਾਂ ਬੀਜ ਲੀਆਂ, ਵਾਸ਼ਨਾ ਬੀਜ ਲਈ ਆ ਮੱਤ ਦੇ ਵਿੱਚ, ਤੇ ਕ੍ਰੋਧ ਬੀਜ ਲਿਆ। ਤੇ ਨਾ ਵੀ ਬੀਜੀਏ ਤੇ ਆਪਣੇ ਆਪ ਹੀ ਹੋ ਜਾਂਦੇ ਨੇ। ਇਹ ਤਾਂ ਇਹ ਸੀ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਖੱਟੇ ਦੁੱਖ ਕਾਏ, ਸਤਿਗੁਰ ਸਹਿਜੇ ਦਾ ਖੇਤ ਹੈ। ਹੁਣ ਮਾਰ ਨੇ ਅਗਲੇ ਸ਼ਲੋਕ ਦੇ ਵਿੱਚ ਇਹ ਤੇ ਅਨਵਾਈ ਖੇਤੀ ਵਿੱਚ ਵੀ ਹੋ ਜਾਂਦਾ ਹੈ, ਪੈਲੀ ਵਿੱਚ ਵੀ ਹੋ ਜਾਂਦਾ ਹੈ, ਪਰ ਜੇ ਕੋਈ ਫਸਲ ਲੈਣੀ ਆ ਤੇ ਉਹਦੇ ਵਾਸਤੇ ਫਿਰ ਵੱਡੀ ਮਿਹਨਤ ਕਰਨੀ ਪੈਂਦੀ ਹੈ। ਘਾਹ ਨੂੰ ਨਾ ਕੋਈ ਖਾਦ ਪਾਉਣ ਦੀ ਲੋੜ ਹੈ, ਨਾ ਕੋਈ ਗੋਡੀ ਦੇਣ ਦੀ ਲੋੜ, ਘਾਹ ਆਪਣੇ ਆਪ ਹੀ ਹੋ ਜਾਂਦਾ ਹੈ। ਕਣਕ ਨਹੀਂ ਆਪਣੇ ਆਪ ਉਗਦੀ, ਝੋਨਾ ਨਹੀਂ ਆਪਣੇ ਆਪ ਉਗਦਾ, ਝੋਨਾ ਬੀਜਣਾ ਪੈਂਦਾ, ਸਵਾਂਕ ਆਪਣੇ ਆਪ ਹੀ ਹੋ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਜਦੋਂ ਦਾ ਮਨਮੁਖ ਬੰਦਾ ਜੰਮਿਆ ਹੈ ਨਾ, ਇਹਨੇ ਆਪਣੀ ਖੇਤੀ ਨੂੰ ਵਾਹਿਆ ਹੀ ਨਹੀਂ ਆ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ, ਜੋ ਤੁਮ ਗੋਡੋ ਤੋ ਸੁਖ ਪਾਵੋ, ਕਿਰਤ ਨ ਮੇਟਿਆ ਜਾਈ। ਮਹਾਰਾਜ ਕਹਿੰਦੇ ਜਿੰਨੀ ਤੂੰ ਖੇਤੀ ਨੂੰ ਗੋਡ ਕੇ ਰੱਖੇਗਾ, ਸਵਾਰ ਕੇ ਰੱਖੇਗਾ, ਇਹ ਤੇਰੀ ਗੋਡੀ ਹੋਈ ਧਰਤੀ ਨੂੰ ਭਾਗ ਲੱਗਣਗੇ। ਇਹ ਤੇਰੀ ਗੋਡੀ ਹੋਈ ਧਰਤੀ ਐਵੇਂ ਨਹੀਂ ਜਾਊਗੀ। ਕਾਮ ਕ੍ਰੋਧ ਦੋਇ ਕਰੋ ਬਸੋਲੇ, ਬਸੋਲੇ ਮੈਨੇ ਦੋ ਰੰਬੇ ਹੱਥ ਵਿੱਚ ਲਓ, ਇੱਕ ਨਫ਼ਰਤ ਦਾ, ਇੱਕ ਪਿਆਰ ਦਾ। ਨਫ਼ਰਤ ਦੇ ਨਾਲ ਬੂਟੀ, ਜੜੀ ਬੂਟੀਆਂ ਨੂੰ ਬਾਹਰ ਸੁੱਟੋ, ਤੇ ਪਿਆਰ ਦੇ ਰੰਬੇ ਦੇ ਨਾਲ ਤੁਸੀਂ ਉਸ ਫਸਲ ਨੂੰ ਸਵਾਰੋ, ਮਿੱਟੀ ਲਾਓ। ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਪਾਈ। ਇਹ ਸਰੀਰ ਰੂਪੀ ਧਰਤੀ ਨੂੰ ਗੋਡੋ। ਜਿਹੜੇ ਸਰੀਰ ਰੂਪੀ ਧਰਤੀ ਵਿੱਚ ਕ੍ਰੋਧ ਹੈ, ਇਸ ਨੂੰ ਨਫ਼ਰਤ ਕਰੋ। ਕਾਮ ਕ੍ਰੋਧ, ਇੱਥੇ ਕਾਮ ਦਾ ਮਤਲਬ ਹੈ ਪਿਆਰ। ਚੰਗੀ ਫਸਲ ਨੂੰ ਪਿਆਰ ਕਰੋ ਤੇ ਮਾੜੀ, ਜਦੋਂ ਵੇਖੋ ਨਾ ਆਪਾਂ ਇੱਕ ਫਸਲ ਗੋਡਦੇ ਆ, ਗੋਡਦਿਆਂ ਜੋ ਕਿ ਘਾਹ ਆ ਜੇ ਤੇ ਉਹਨੂੰ, ਉਹਦੀਆਂ ਜੜ੍ਹਾਂ ਵੱਢ ਕੇ ਤੇ ਉਹਨੂੰ ਪੁੱਟ ਕੇ ਪਰਾਂ ਸੁੱਟ ਦਿੰਦੇ ਆ, ਤੇ ਉੱਥੇ ਇੱਕ ਜਿਹੜਾ ਫਸਲ ਦਾ ਕੋਈ ਪੌਦਾ ਹੋਵੇ ਉਹਨੂੰ ਅਸੀਂ ਬੜਾ ਸਾਂਭ ਕੇ ਰੱਖਦੇ ਹਾਂ। ਮਹਾਰਾਜ ਦੇ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਵਾਸ਼ਨਾ ਨੂੰ ਨਫ਼ਰਤ ਕਰੋ ਤੇ ਇਹਨਾਂ ਨੂੰ ਪੁੱਟੋ, ਤੇ ਸਤ ਸੰਤੋਖ ਦਇਆ ਧਰਮ ਪਰਉਪਕਾਰ, ਇਹ ਫਸਲ ਵਾ ਜ਼ਿੰਦਗੀ ਦੀ, ਨੂੰ ਸਾਂਭ ਕੇ ਰੱਖੋ। ਪਰ ਮਨਮੁਖ ਇਸ ਤਰ੍ਹਾਂ ਨਹੀਂ ਕਰਦਾ। ਮਨਮੁਖ ਕਾਮ ਬੀਜਦਾ ਹੈ, ਕਾਮ ਕਰੋ ਦੋਏ ਖੇਤ, ਉਹ ਬੀਜਦਾ ਹੈ। ਹੁਣ ਗੁਰਮੁਖ ਕੀ ਬੀਜਦਾ ਹੈ ਸਰੀਰ ਰੂਪੀ ਧਰਤੀ 'ਚ? ਉਹ ਅਗਲੇ ਸ਼ਲੋਕ 'ਚ ਮਹਾਰਾਜ ਨੇ ਬਚਨ ਕੀਤਾ, ਭਉ ਭੋਏ। ਗੁਰਮੁਖ ਦੇ ਕੋਲ ਜਿਹੜਾ ਰੱਬ ਦਾ ਭਉ ਹੈ, ਮਾਨੋ ਇਹ ਪੈਲੀ ਆ। ਮਨਮੁਖ ਦੇ ਕੋਲ ਵੀ ਪੈਲੀ ਆ, ਗੁਰੂ ਕੋ ਦੋ ਖੇਤ ਨੇ, ਇੱਕ ਕਾਮ ਦਾ ਤੇ ਇੱਕ ਕ੍ਰੋਧ ਦਾ। ਤੇ ਗੁਰਮੁਖ ਕੋਲ ਵੀ ਖੇਤ ਵਾ। ਮਨਮੁਖ ਖੇਤ ਕਿਸ ਦਾ ਹੈ? ਕ੍ਰੋਧ ਦਾ ਹੈ, ਵਾਸ਼ਨਾ ਦਾ ਹੈ। ਤੇ ਗੁਰਮੁਖ ਕੋਲ ਕਿਹੜੀ ਪੈਲੀ ਆ, ਕਿਹੜਾ ਖੇਤ ਹੈ? ਬਰੰਗ ਦੇ ਭਉ ਭੋਏ, ਜਿਹੜਾ ਰੱਬ ਦਾ ਡਰ ਹੈ, ਮਾਨੋ ਇਹ ਖੇਤ ਵਾ, ਇਹ ਪੈਲੀ ਆ। ਪਵਿੱਤ ਪਾਣੀ, ਜੇ ਰੱਬ ਦਾ ਡਰ ਬੰਦੇ ਕੋ ਪੈਲੀ ਹੋਵੇ ਤੇ ਪਵਿੱਤਰਤਾ ਦਾ, ਜਿਹੜੀ ਪਵਿੱਤਰਤਾ ਮਾਨੋ ਇਹ ਪਾਣੀ ਹੋਵੇ, ਕਿਉਂਕਿ ਕੱਲਾ ਪੈਲੀ ਹੋਵੇ ਪਾਣੀ ਨਾ ਹੋਵੇ ਤਾਂ ਵੀ ਨਹੀਂ ਗੱਲ ਬਣਦੀ। ਪੈਲੀ ਦੇ ਨਾਲ ਪਾਣੀ ਦੀ ਵੀ ਲੋੜ ਪੈਂਦੀ ਹੈ। ਅੱਜ ਜਿਹੜੀ ਜ਼ਮੀਨਾਂ ਦੀ ਇੰਨੀ ਕੀਮਤ ਪਈ, ਪਾਣੀ ਕਰਕੇ ਪਈ ਹੈ ਨਾ। ਜਦੋਂ ਪਾਣੀ ਨਹੀਂ ਸੀ ਹੁੰਦਾ, ਖੇਤ ਨੇ ਆਪਣੇ ਮੋਟਰਾਂ ਨਹੀਂ ਸੀ ਹੁੰਦੀਆਂ, ਨਹਿਰਾਂ ਨਹੀਂ ਸੀ ਹੁੰਦੀਆਂ, ਉਦੋਂ ਜ਼ਮੀਨ ਦੀ ਵੀ ਕੋਈ ਕੀਮਤ ਨਹੀਂ ਸੀ ਹੁੰਦੀ। ਜਲ ਬਿਨ ਉਪਦਿ ਕਾਮ ਨਹੀਂ, ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ।
ਦੁੱਧ ਬਿਨ ਧੇਨ, ਜਿਹੜੀ ਗਾਂ ਦੁੱਧ ਨਾ ਦਵੇ ਉਹਦੀ ਕੋਈ ਕੀਮਤ ਨਹੀਂ ਹੈ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਤੇ ਜਿਸ ਪੰਛੀ ਦੇ ਖੰਭ ਨਾ ਹੋਣ ਉਹਦੀ ਵੀ ਕੋਈ ਕੀਮਤ ਨਹੀਂ ਹੈ। ਤੇ ਉਹ ਜਲ ਬਿਨ ਉਤਪਜ ਕਾਮ ਨਹੀਂ, ਜਲ ਤੋਂ ਬਿਨਾ ਫਸਲ ਖੇਤ ਕਿਸੇ ਕੰਮ ਨਹੀਂ ਹੈ। ਨਾ ਉਗਣਾ, ਨਾ ਉਹਨੇ ਹਰਿਆ ਹੋਣਾ, ਕੱਖ ਵੀ ਨਹੀਂ ਹੈ। ਤੇ ਮਾਰ ਕਹਿੰਦੇ ਭਉ ਭੋਏ, ਰੱਬ ਦਾ ਡਰ ਇਹ ਮਾਨੋ ਗੁਰਮੁਖ ਦੇ ਕੋਲ ਇੱਕ ਜ਼ਮੀਨ ਹੈ। ਪਵਿੱਤ ਪਾਣੀ, ਜ਼ਮੀਨ ਨੂੰ ਪਵਿੱਤਰ ਰੱਖਣਾ। ਜੀਵਨ ਬੜਾ ਗੰਦਾ ਹੋ ਗਿਆ ਅੱਜ ਮਨੁੱਖ ਦਾ, ਕਿਉਂਕਿ ਸੰਸਾਰ ਮਾਰ ਗਿਆ ਜਗ ਮੈਲਾ, ਮੈਲੋ ਹੋਏ ਜਾਏ। ਕਬੀਰ ਜਗ ਕਾਜਲ ਕੀ ਕੋਠਰੀ। ਹੁਣ ਬੰਦਾ ਕਾਲਖ ਦੀ ਕੋਠੀ 'ਚ ਕੋਈ ਬੈਠਾ ਹੋਵੇ ਤੇ ਆਖੇ ਮੇਰੇ ਚਿੱਟੇ ਕੱਪੜਿਆਂ ਨੂੰ ਦਾਗ ਨਾ ਲੱਗੇ, ਐਸਾ ਹੋਣਾ ਨਹੀਂ ਹੈ। ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੀ। ਅੰਧੇ ਲੋਕ ਇਸ ਕਾਜਲ ਦੀ ਕੋਠੜੀ 'ਚ ਫਸੇ ਹੋਏ ਨੇ। ਹੋਂ ਬਲਿਹਾਰੀ ਤਿੰਨ ਕੋ, ਪੈਸੋ ਜੋ ਨੀਕਸ ਜਾਏ। ਕਬੀਰ ਸਾਹਿਬ ਕਹਿੰਦੇ ਮੈਂ ਬਲਿਹਾਰ ਜਾਨਾ ਉਹਨਾਂ ਲੋਕਾਂ ਤੋਂ ਜੋ ਇਸ ਕਾਲੀ ਕੋਠੀ ਵਿੱਚ ਆਏ ਸੀ, ਪਰ ਦਾਗ ਨਹੀਂ ਲੱਗਣ ਦਿੱਤਾ, ਇਸ ਕੋਠੀ ਤੋਂ ਪਰਾਂ ਹੋ ਗਏ। ਤੇ ਜਗ ਮੈਲਾ ਵੇਖੋ ਮਰ ਗਿਆ। ਬਾਸਨ ਕਾਰੋ ਪਰਸੀਏ, ਤਉ ਕੁਸ ਲਾਗੇ ਦਾਗ। कबीर सागत ऐसा है जैसे लसन की कान, कोने बैठे खाइए प्रगट हो इंसान। मनमुख सेती संग करे, मुँह कालख दाग लगाए। ਮਾਰ ਕਹਿੰਦੇ ਜਿਹੜਾ ਬੰਦਾ ਰੱਬ ਤੋਂ ਟੁੱਟੇ ਦਾ ਸੰਗ ਕਰਦਾ ਹੈ, ਬੇਮੁਖ ਦਾ ਸੰਗ ਕਰਦਾ ਹੈ, ਉਹਨੂੰ ਕਾਲਖ ਲੱਗਣੀ ਹੈ। ਉਹਦੇ ਜੀਵਨ 'ਚੋਂ ਪਵਿੱਤਰਤਾ ਖਤਮ ਹੋਣੀ ਹੈ। ਹੁਣ ਚਿੱਟਾ ਕੱਪੜਾ ਹੋਵੇ, ਉੱਤੇ ਕੋਈ ਕਾਲਖ ਮਲ ਦੇਵੇ, ਉਹਦਾ ਚਿੱਟਾਪਣ ਤਾਂ ਖਤਮ ਹੋ ਗਈ ਆ ਨਾ। ਇਸ ਤਰ੍ਹਾਂ ਜਿਹੜੀ ਮਨ ਦੀ ਸਾਡੀ ਮੱਤ ਵਾ ਨਾ, ਮਨ ਨੂੰ ਚਿੱਟਾ ਕੱਪੜਾ ਹੈ। ਤੇ ਜੇ ਮਨਮੁਖਾਂ ਦੇ ਨਾਲ ਸੰਗ ਕਰੇਗੀ ਸਾਡੀ ਮੱਤ, ਜਿੱਦਾਂ ਭਗਤ ਰਵਿਦਾਸ ਜੀ ਨੇ ਕਿਹਾ ਵੀ ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ। ਮੇਰੀ ਜਿਹੜੀ ਮੱਤ ਆ ਨਾ, ਇਹ ਭੈੜੇ ਵਿਚਾਰਾਂ ਦੇ ਨਾਲ ਬੜੀ ਲਿਪਤ ਰਹਿੰਦੀ ਹੈ। ਮੇਰੀ ਸੰਗਤ ਪੋਚ, ਪੋਚ ਮੈਨੇ ਨੀਵਿਆਂ ਦੇ ਨਾਲ, ਭੈੜਿਆਂ ਦੇ ਨਾਲ। ਮਨਮੁਖ ਸਿੱਤੀ ਸੰਗ ਕਰੇ, ਮੂੰਹ ਕਾਲਖ ਦਾਗ ਲਗਾਏ। ਮੂੰਹ ਕਾਲੇ ਤਿੰਨ ਲੋਭੀਆਂ, ਹਾਂਜੀ, ਜਾਸਨ ਜਨਮ ਗਵਾਏ। ਇਸ ਕਰਕੇ ਮਰ ਕਹਿੰਦੇ ਜਗ ਮੈਲਾ, ਇੱਥੇ ਲੋਭੀ ਕੌਣ ਨਹੀਂ ਆ, ਇੱਥੇ ਕ੍ਰੋਧੀ ਕੌਣ ਨਹੀਂ ਆ। ਤਾਂ ਹੀ ਤੇ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਕਿਹਾ ਸੀ ਨਾ ਕਿ ਤਿੰਨਾਂ ਪਾਸ ਦਵਾਸ ਨਾ ਭਿੱਟੀਏ, ਜਿਨ ਅੰਦਰ ਕ੍ਰੋਧ ਚੰਡਾਲ। ਮਰ ਕਹਿੰਦੇ ਕ੍ਰੋਧੀ ਕੋ ਬਚ ਕੇ ਰਹੋ। ਹੁਣ ਕ੍ਰੋਧੀ ਕੌਣ ਨਹੀਂ ਆ, ਕ੍ਰੋਧੀ ਸਾਰੇ ਹੀ ਆ। ਮਰ ਕਹਿੰਦੇ ਲੋਭੀ ਕਾ ਵਸਾਓ ਨਾ ਕੀਜੇ, ਲੋਭੀ ਬੰਦੇ ਤੋਂ ਬਚ ਕੇ ਰਹੋ। ਲੋਭੀ ਕੌਣ ਨਹੀਂ ਆ, ਹੁਣ ਸਾਰੇ ਹੀ ਆ। ਕੱਲ ਵੀ ਕੋਈ ਕਹਿ ਰਹੇ ਸੀ ਕਿ ਕੋਈ ਰਾਗੀ ਆ ਤੇ ਕਈ ਵਾਰੀ ਬਾਹਰੋਂ ਜਾ ਆਇਆ, ਉਹ ਬੜੇ ਗੇੜੇ ਮਾਰਦਾ ਤੇ ਚੰਗੀ ਫੀਸ ਆ ਉਹਦੀ, ਇੱਥੇ ਵੀ ਕੀਰਤਨ ਕਰਾਉਣਾ ਹੋਵੇ ਤੇ ਉਹ ਆ ਬੀਮੇ ਦੀਆਂ ਪਾਲਸੀਆਂ ਪੂਲਸੀਆਂ ਵੀ ਲੈ ਕੇ ਦਿਨੇ ਰਾਤ ਲੋਕਾਂ ਦੇ ਘਰਾਂ ਵਿੱਚ ਤੁਰਿਆ ਫਿਰਦਾ। ਇਹਨੂੰ ਕਹਿੰਦੇ ਨੇ ਲੋਭ ਨੇ ਇਹਨੂੰ ਹਲਕਾ ਕਰ ਦਿੱਤਾ ਹੈ। ਹਲਕ ਲੋਭ ਲਹਿਰ ਸਵਬ ਸਵਾਨ ਹਲਕ ਹੈ। ਜਿੱਦਾਂ ਬਾਹਰੀ ਕੁੱਤੇ ਨੂੰ ਹਲਕ ਹੋ ਜੇ ਨਾ, ਉਹ ਭੱਜਾ ਫਿਰਦਾ ਹੈ। ਜਦੋਂ ਸਾਡੀ ਮੱਤ ਨੂੰ ਲੋਭ ਨੇ ਹਲਕਿਆਂ ਕਰ ਦਿੱਤਾ ਨਾ, ਤੇ ਸਾਡੀ ਮੱਤ ਨੇ ਫਿਰ ਹੁਣ ਸਾਡੇ ਸਰੀਰ ਨੂੰ ਭਜਾਈ ਜਾਣਾ ਹੈ, ਭਜਾਈ ਜਾਣਾ ਹੈ। ਇੱਕ ਰਾਗੀ ਹੋਵੇ, ਉਹ ਦੇਸ਼ਾਂ ਵਿਦੇਸ਼ਾਂ 'ਚ ਪੈਸਾ ਇਕੱਠਾ ਕਰੇ, ਇੱਥੇ ਪੰਜਾਬ 'ਚ ਲੋਕਾਂ ਦੇ ਘਰਾਂ 'ਚ ਜਾ ਕੇ ਤਰਲੇ ਲਵੇ, ਮੇਰੇ ਕੋਲ ਪਾਲਿਸੀਆਂ ਕਰਾ ਲਓ।
ਤੇ ਇਹ ਕਹਿਣਾ ਬਣਦਾ ਹੈ ਗੁਰੂ ਕੀ ਬਾਣੀ ਕਾ ਵਾਕ ਵੀ ਇਹ ਹਲਕਾ ਹੋ ਗਿਆ ਹੈ, ਇਹਨੂੰ ਹਲਕਾ ਹੋ ਗਿਆ ਹੈ, ਇਹਦੀ ਮੱਤ ਨੂੰ ਹਲਕ ਹੋ ਗਿਆ ਹੈ। ਲੋਭ ਲਹਿਰ ਸਭ ਸਵਾਨ ਹਲਕ ਹੈ, ਤੇ ਹਲਕਿਓ ਸਭੇ ਬਗਾਰੇ। ਇਹਨੇ ਗਾਂਹ ਵੀ ਲੋਕਾਂ ਨੂੰ ਲਾਲਚ ਪੈਦਾ ਕਰਨਾ ਹੈ। ਜਿੱਦਾਂ ਇੱਕ ਹਲਕਾ ਕੁੱਤਾ ਜਿਹਨੂੰ ਵੱਢਦੇ ਨਾ, ਦੂਜੇ ਨੂੰ ਵੀ ਹਲਕ ਹੋ ਜਾਂਦਾ ਹੈ। ਇਸ ਲੋਭੀ ਨੇ ਹੁਣ ਘਰ ਘਰ ਜਾ ਕੇ ਆਪਣੇ ਹਲਕ ਦੇ ਨਾਲ ਦੂਜਿਆਂ ਨੂੰ ਲੋਭੀ ਬਣਾਉਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਲੋਭੀ ਕਾ ਵਸਾਓ ਨਾ ਕੀਜੇ। ਮੈਂ ਤਾਂ ਬੜਾ ਹੈਰਾਨ ਹੈ, ਚਲੋ ਦੁਨੀਆਦਾਰ ਆਮ ਬੰਦਾ ਲੋਭੀ ਹੋਵੇ, ਕਥਾ ਕੀਰਤਨ ਕਰਨ ਵਾਲਾ ਵੀ ਬੰਦਾ ਲੋਭ ਦੇ ਵਿੱਚ ਹੀ ਡੁੱਬਿਆ ਹੋਵੇ, ਫਿਰ ਕਹਿਣਾ ਹੀ ਬਣਦਾ ਗੁਰੂ ਕੀ ਬਾਣੀ ਕਾ ਵਾਕ। ਤੈ ਨਾਰ ਪ੍ਰਾਣ ਸੁਣ ਕਿਆ ਕੀਨਾ। ਤੂੰ ਪਾਠ ਸੁਣਦਾ ਹੈ, ਪਾਠ ਸੁਣ ਕੇ ਕੀਤਾ ਕੀ ਹੈ? ਤੂੰ ਕੀਰਤਨ ਸੁਣਦਾ ਹੈ, ਕੀਰਤਨ ਕਰਦਾ ਹੈ, ਕੀਰਤਨ ਪਾਠ ਸੁਣ ਕੇ ਕੀਤਾ ਕੀ ਹੈ ਤੂੰ? ਤੈ ਨਰ ਪ੍ਰਾਣ ਸੁਣ ਕਿਆ ਕੀਨਾ। ਹਾਂਜੀ, ਅਨ ਭਾਵਣੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਵਿਛੂਟਿਓ ਦੇਵਾ। ਜੇ ਤੇਰੇ ਪਾਠ ਦੇ ਨਾਲ, ਕੀਰਤਨ ਦੇ ਨਾਲ, ਕਥਾ ਨਾਲ ਤੇਰਾ ਲੋਭ ਨਹੀਂ ਮੁੱਕਾ, ਇਹ ਕਦ ਨਹੀਂ ਕਰਦਾ ਫਿਰਦਾ ਹੈ ਤੂੰ? ਇਹ ਕਿਉਂ ਕਰਦਾ ਫਿਰਦਾ ਹੈ ਕਥਾ ਕੀਰਤਨ? ਫਿਰ ਆਮ ਦੁਨੀਆ ਵਾਲੀ ਕਾਰ ਕਰ ਲੈ, ਜੇ ਇਹਦੇ ਵਿੱਚ ਹੀ ਹਲਕਪੁਣਾ ਹੀ ਕਰਨਾ ਹੈ ਤੁਸੀਂ ਦਾ। ਨਹੀਂ, ਮਹਾਰਾਜ ਕਹਿੰਦੇ ਭਉ ਭੋਏ ਐ ਬੰਦੇ, ਰੱਬ ਦਾ ਡਰ ਤੇਰੇ ਕੋ ਇਹ ਜ਼ਮੀਨ ਹੋਵੇ, ਪਵਿੱਤ ਪਾਣੀ ਤੇ ਪਵਿੱਤਰ ਜਿਹੜਾ ਤੇਰਾ ਜੀਵਨ ਪਵਿੱਤਰ ਹੋਵੇ, ਮਨ ਹੋਏ ਤੇਰੇ ਕੋ ਪਾਣੀ ਹੈ। ਇਹ ਨਾਮ ਐਵੇਂ ਨਹੀਂ ਉਗਦਾ। ਹੁਣ ਕਈ ਕਹਿੰਦੇ ਜੀ ਬਾਬਾ ਜੀ ਮਨ ਨਹੀਂ ਜੁੜਦਾ, ਅੰਦਰ ਸ਼ਾਂਤੀ ਨਹੀਂ ਆਉਂਦੀ। ਐਵੇਂ ਥੋੜ੍ਹਾ ਸ਼ਾਂਤੀ ਆ ਜਾਂਦੀ ਹੈ, ਐਵੇਂ ਥੋੜ੍ਹਾ ਮਨ ਜੁੜ ਜਾਂਦਾ ਹੈ, ਐਵੇਂ ਥੋੜ੍ਹਾ ਰੱਬ ਦੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਨਹੀਂ, ਇਹ ਕਿਉਂ ਨਹੀਂ ਜੁੜਦਾ? ਸਾਡੇ ਕੋਲ ਰੱਬ ਦਾ ਡਰ ਨਹੀਂ ਹੈ। ਇਹ ਕਿਉਂ ਨਾਮ ਆਪਾਂ ਜਪਦੇ ਹੈ ਪਰ ਉਗਦਾ ਕਿਉਂ ਨਹੀਂ ਹੈ? ਪਾਣੀ ਨਹੀਂ ਹੈ, ਜ਼ਮੀਨ ਨਹੀਂ ਹੈ ਜਿੱਥੇ ਬੀਜਾਂਗੇ। ਬੀਜ ਤਾਂ ਹੈ, ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਬਾਣੀ, ਇਹ ਬੀਜ ਵਾ। ਉਗਦਾ ਕਿਉਂ ਨਹੀਂ ਸਾਡੇ ਹਿਰਦੇ ਵਿੱਚ? ਉਗਣਾ ਚਾਹੀਦਾ, ਉਗਦਾ ਕਿਉਂ ਨਹੀਂ ਹੈ? ਮਰ ਕਹਿੰਦੇ ਤੇਰੇ ਕੋਲ ਜ਼ਮੀਨ ਕਿ ਨਹੀਂ ਹੈ? ਜ਼ਮੀਨ ਕਿਹੜੀ ਹੋਣੀ ਚਾਹੀਦੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਆ, ਆਮ ਬੰਦਾ ਨਹੀਂ। ਭਉ ਭੋਏ, ਭਉ ਰੱਬ ਦਾ ਡਰ ਤੇਰੇ ਕੋਲ ਬੰਦਿਆ ਜ਼ਮੀਨ ਹੋਵੇ ਜਿੱਥੇ ਨਾਮ ਨੂੰ ਤੂੰ ਬੀਜਣਾ ਹੈ, ਨਾਮ ਬੀਜ ਜਿੱਥੇ ਬੀਜਣਾ ਹੈ। ਪਵਿੱਤ ਪਾਣੀ ਤੇ ਭਉ ਤੋਂ ਬਾਅਦਾਂ ਜੀਵਨ ਪਵਿੱਤਰਤਾ ਦੇ ਵਿੱਚ ਜਾਵੇ, ਇਹ ਮਾਨੋ ਪਾਣੀ ਹੋਵੇ ਤੇ ਜੀਵਨ ਪਵਿੱਤਰ ਹੁੰਦਾ ਨਹੀਂ। ਕਿਉਂ ਨਹੀਂ ਹੁੰਦਾ? ਸੰਸਾਰ ਸਾਰਾ ਹੀ ਮੈਲਾ ਵਾ। ਜਗ ਮੈਲਾ ਮੈਲੋ ਹੋਏ ਜਾਏ। ਇਹ ਮੈਲਾ ਮਲਤਾ, ਇਹ ਸੰਸਾਰ ਮੈਲਾ, ਤੇ ਜਿਹੜਾ ਇੱਥੇ ਆਇਆ ਉਹ ਮੈਲਾ ਹੀ ਹੋ ਗਿਆ। ਤੇ ਤਾਈਓ ਤੇ ਨਾਮ ਨਹੀਂ ਕੋਈ ਗੁਣ ਦਿਆ, ਤਾਈਓ ਤੇ ਕਥਾ ਕੀਰਤਨ ਦਾ ਕੋਈ ਅਸਰ ਨਹੀਂ ਹੋਣ ਦਿਆ, ਮੈਲ ਬੜੀ ਹੈ। ਤੇ ਮਹਾਰਾਜ ਕਹਿੰਦੇ ਭਉ ਭੋਏ ਪਵਿੱਤ ਪਾਣੀ, ਸਤ ਸੰਤੋਖ ਬਲੇਦ। ਜਿਹਨਾਂ ਸਿੰਘ ਬਲਦ, ਇੱਥੇ ਬਲੇਦ ਲਿਖਿਆ ਮਹਾਰਾਜ ਨੇ, ਕਿਉਂਕਿ ਕਵੀਆਂ ਨੇ ਜਿਹੜੀ ਉਹ ਆਪਣੀ ਕਵਿਤਾ ਨੂੰ ਕਿਸੇ ਲੈਬੰਦ ਵਿੱਚ ਬੋਲਣਾ ਹੁੰਦਾ ਹੈ। ਬਾਣੀ ਜਿਹੜੀ ਸਾਰੀ ਕਾਵ ਰੂਪ, ਮੈਂ ਕੱਲ ਪਰਸੋਂ ਵੀ ਕਹਿ ਰਿਹਾ ਸੀ, ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਵੇਖੋ ਕਿੱਡਾ ਪਰਉਪਕਾਰ ਕੀਤਾ ਕਿ ਜੋ ਵੀ ਉਹਨਾਂ ਤੇ ਸਵਾਲ ਕੀਤੇ ਗਏ, ਜਿਹੜੇ ਬੰਦੇ ਉਹਨਾਂ ਨੂੰ ਮਿਲੇ, ਉਹਨਾਂ ਨੂੰ ਮਾਰਨੇ ਕਵਿਤਾ ਦੇ ਰੂਪ ਵਿੱਚ ਇਤਿਹਾਸ ਲਿਖ ਕੇ ਸਾਡੇ ਸਾਹਮਣੇ ਰੱਖ ਦਿੱਤਾ। ਜੈਸੀ ਮੈਂ ਆਵੇ ਕਸਮ ਕੀ ਬਾਣੀ, ਤੈਸਰਾ ਕਰੀ ਗਿਆਨ। ਵੇ ਲਾਲੋ ਦਾ ਨਾਂ ਕਿਸ ਤਰ੍ਹਾਂ ਵਰਤਿਆ ਮਹਾਰਾਜ ਨੇ, ਕਿੱਡਾ ਵੱਡਾ ਇਤਿਹਾਸ ਹੈ ਬਾਣੀ। ਹਾਂਜੀ, ਕਹੋ ਨਾਨਕ ਸੁਣ ਭਰਥਰ ਜੋਗੀ, ਭਰਥਰ ਜੋਗੀ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ। ਹਾਂਜੀ, ਪਾਪ ਕੀ ਜੰਜ ਲੈ ਕਾਬਲ ਨੂੰ ਧਾਇਆ। ਇਤਿਹਾਸ ਨੂੰ ਕਿਸ ਤਰ੍ਹਾਂ ਮਹਾਰਾਜ ਨੇ ਸਾਂਭਿਆ ਹੋਇਆ ਵਾ। ਜੇ ਗੁਰੂ ਨਾਨਕ ਸਾਹਿਬ ਕਲਮ ਦੇ ਨਾਲ ਇਤਿਹਾਸ ਨਾ ਲਿਖਦੇ ਤੇ ਅੱਜ ਅਸੀਂ ਪਤਾ ਨਹੀਂ ਕੀ ਕਰਦੇ, ਟੱਕਰਾਂ ਹੀ ਮਾਰਦੇ। ਗੁਰੂ ਨਾਨਕ ਸਾਹਿਬ ਨੇ ਇਹ ਇਤਿਹਾਸ ਸਾਂਭਿਆ ਹੋਇਆ ਹੈ ਤੇ ਉਸ ਨੂੰ, ਇਤਿਹਾਸ ਨੂੰ ਮਹਾਰਾਜ ਨੇ ਕਵਿਤਾ ਦਾ ਰੂਪ ਦਿੱਤਾ ਹੋਇਆ ਹੈ। ਕਾਵ ਰੂਪ ਗੁਰੂ ਨਾਨਕ ਸਾਹਿਬ ਸ਼ਾਇਰ ਨੇ, ਕਵੀ ਨੇ,
ਕਵਿਤਾ ਲਿਖਦੇ ਨੇ। ਤੇ ਮੰਨਦੇ ਸਤ ਸੰਤੋਖ ਬਲੇਦ, ਬਲੇਦ ਮਾਣੇ ਬਲਦ। ਇੱਕ ਬਲਦ ਦੇ ਨਾਲ ਖੇਤੀ ਨਹੀਂ ਸੀ ਹੁੰਦੀ, 2 ਬਲਦ ਚਾਹੀਦੇ ਸੀ। ਮਹਾਰਾਜ ਕਹਿੰਦੇ ਜੇ ਤੂੰ ਆਪਣੇ ਹਿਰਦੇ ਵਿੱਚ, ਆਪਣੀ ਮੱਤ ਵਿੱਚ ਰੱਬ ਦਾ ਨਾਮ ਬੀਜਣਾ ਚਾਹੁੰਦਾ ਹੈ ਤੇ ਤੂੰ ਇਸ ਬੀਜੇ ਹੋਏ ਨਾਮ ਨੂੰ ਹਰਿਆ ਭਰਿਆ ਤੇ ਇਹਨੂੰ ਫਲ ਲੱਗਣਾ ਵੇਖਣਾ ਚਾਹੁੰਦਾ ਹੈ, ਫਿਰ ਕੀ ਕਰ, ਜ਼ਮੀਨ ਖਰੀਦ ਪਹਿਲੋ। ਉਹ ਕਿਹੜੀ ਹੈ? ਭਉ ਭੋਏ, ਭੋਏ ਮੈਨੇ ਜ਼ਮੀਨ, ਜਿਵੇਂ ਰਾਏ ਭੋਏ, ਭੋਏ ਮੈਨੇ ਜ਼ਮੀਨ, ਰਾਏ ਦੀ ਜ਼ਮੀਨ। ਭਉ ਭੋਏ ਬੰਦਿਆ ਤੇਰੇ ਕੋ ਰੱਬ ਦਾ ਡਰ, ਇਹ ਜ਼ਮੀਨ ਤੂੰ ਖਰੀਦ ਪਹਿਲਾਂ। ਫਿਰ ਖੂਹ ਲਾ, ਖੂਹ ਤੋਂ ਬਿਨਾਂ ਖੇਤੀ ਨਹੀਂ ਹੋਣੀ। ਪਵਿੱਤ ਪਾਣੀ, ਪਵਿੱਤਰਤਾ ਦਾ ਤੇਰੇ ਕੋ ਪਾਣੀ ਹੋਵੇ। ਸਤ ਸੰਤੋਖ ਬਲੇਦਾ, ਇੱਕ ਸਤ ਤੇ ਦੂਜਾ ਸੰਤੋਖ, ਇਹ 2 ਬਲਦ ਹੋਣ। ਸਤ ਮਣੇ ਏਕਾ ਨਾਰੀ ਜਤੀ ਹੋਏ, ਤੇਰੀ ਜ਼ਿੰਦਗੀ ਵਿੱਚ ਆਚਾਰਹੀਣਤਾ ਨਾ ਹੋਵੇ। ਇਹ ਨਾ ਵੀ ਤੂੰ ਝੱਖਾ ਮਾਰਦਾ ਫਿਰੇ ਕਾਮੀ ਹੋ ਕੇ, ਤੇ ਤੂੰ ਵਿਸ਼ੇਗਾਮੀ ਹੋ ਕੇ ਤੇ ਤੂੰ ਆਪਣੀ ਇਸਤਰੀ ਦਾ ਤਿਆਗ ਕਰਕੇ ਕਿਸੇ ਹੋਰ ਦੇ ਨਾਲ ਵਿਸ਼ੇ ਭੋਗੇ। ਇਹ ਨਹੀਂ। ਸਤ, ਤੇਰਾ ਜੀਵਨ ਉੱਚਾ ਹੋਵੇ, ਆਚਰਣ ਤੇਰਾ ਉੱਚਾ ਹੋਵੇ। ਸਤ ਸੰਤੋਖ ਬਲੇਦ। ਤੇ ਜਿੰਨਾ ਚਿਰ ਤੇਰੇ ਕੋ 2 ਬਲਦ ਨਾ ਹੋਏ, ਮਾਰੀ ਜੀ ਟੱਕਰਾਂ ਕੁਛ ਨਹੀਂ ਹੋਣਾ। ਅੱਜ ਕਥਾ ਰਾਗੀ ਢਾਡੀ ਮਾਰਦੇ ਨਾ ਟੱਕਰਾਂ ਸਾਡੇ। ਹੁਣ ਬੰਦੂਕਾਂ ਵਾਲੇ ਰਾਹ ਪੈ ਗਏ ਨੇ ਢਾਡੀ ਸਾਡੇ, ਬੰਦੂਕਾਂ ਫੜ ਕੇ ਵੀਡੀਓ ਪਾਉਂਦੇ ਨੇ। ਮੈਂ ਅੱਜ ਹੀ ਵੇਖ ਰਿਹਾ ਸੀ ਇੱਕ ਵੀਡੀਓ, ਉਹ ਦਲੇਰ ਸਿੰਘ ਹੈਗਾ, ਆਪਣੇ ਆਪ ਨੂੰ ਸੰਤ ਬਾਬਾ ਦਲੇਰ ਸਿੰਘ ਜੀ, ਖੇੜੀ ਵਾਲੇ, ਸੰਗਰੂਰ ਦੇ ਲਾਗੇ ਪਿੰਡ ਆ ਖੇੜੀ, ਉੱਥੇ ਰਹਿੰਦਾ ਦਲੇਰ ਸਿੰਘ, ਸੰਤ ਦਲੇਰ ਸਿੰਘ। ਤੇ ਗੁਰਪੁਰਬ ਵਾਲੇ ਦਿਨ, ਜਿੱਦਣ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ ਨਾ, ਪਿਸਤੌਲ ਫੜ ਕੇ ਤੇ ਗੋਲੀਆਂ ਚਲਾਉਣ ਦਿਆ। ਤੇ ਬੜੀ ਲੋਕਾਂ ਨੇ ਸ਼ਾਬਾਸ਼ ਦਿੱਤੀ। ਉਹ ਸਭ ਤੋਂ ਵੱਧ ਵੀਡੀਓ ਦੀ ਚੱਲੀ 1 ਮਿੰਟ ਦੀ, ਪਿਸਤੌਲ ਨਾਲ ਗੋਲੀਆਂ ਚਲਾਉਣ ਵਾਲਿਆਂ ਦੀ। ਆਸਾ ਦੀ ਵਾਰ ਨਾਲ ਜੁੜਨ ਵਾਲਾ ਪਿਸਤੌਲ ਫੜ ਕੇ ਗੋਲੀਆਂ ਪਿਆ ਚਲਾਉਂਦਾ ਹੈ। ਕਿਉਂ ਮੱਤ ਮਾਰੀ ਗਈ ਇਹਨਾਂ ਲੋਕਾਂ ਦੀ? ਇਹ ਕਿਹੜੇ ਰਾਹ ਪੈ ਟੁਰ ਗਏ ਨੇ? ਕਿਹੜੇ ਰਾਹ ਟੁਰ ਪਏ ਨੇ? ਆਪਣੇ ਆਪ ਨੂੰ ਸੰਤ ਖਵਾਉਣ ਵਾਲੇ ਕਿਹੜੇ ਰਾਹ ਟੁਰ ਪਏ ਨੇ? ਆਸਾ ਦੀ ਵਾਰ ਚ ਬਹਿਣ ਵਾਲਾ ਪਿਸਤੌਲ ਲੈ ਕੇ ਤੇ ਗੁਰਪੁਰਬ ਮਨਾਉਂਦੇ ਆ ਗੋਲੀਆਂ ਚਲਾ ਕੇ। ਇਹ ਕੀ ਕਰਨਾ ਚਾਹੁੰਦੇ ਨੇ ਲੋਕ? ਇਹ ਗੋਲੀਆਂ ਚਲਾ ਕੇ ਪਿਸਤੌਲਾਂ ਦੀਆਂ, ਇਹ ਅੱਜ ਦੇ ਸੰਤ ਕੀ ਸਿੱਧ ਕਰਨਾ ਚਾਹੁੰਦੇ ਨੇ? ਗੁੰਡੇ ਨਾਲ ਰੱਖ ਕੇ, ਬੰਦੂਕਾਂ ਵਾਲੇ। ਇਹ ਬੰਦੂਕਾਂ ਵਾਲੀਆਂ ਵੀਡੀਓ ਪਾ ਕੇ ਕੀ ਸੰਸਾਰ ਨੂੰ ਦੇਣਾ ਚਾਹੁੰਦੇ ਨੇ ਇਹ ਲੋਕ? ਨਹੀਂ 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 ਨਹੀਂ। ਮਾਰ ਕਹਿੰਦੇ ਅਗਲਾ ਬਚਨ, ਹਲ ਹਲੇਮੀ। ਕੱਲੇ ਬਲਦ ਹੋਣ ਤੇ ਤਾਂ ਵੀ ਗੱਲ ਨਹੀਂ ਬਣਦੀ, ਬਲਦ ਦੇ ਪਿੱਛੇ ਹੱਲ ਪਾਉਣੀ ਪੈਂਦੀ ਸੀ। ਹੁਣ ਕੱਲਾ ਟਰੈਕਟਰ ਭਜਾਈ ਫਿਰੋ ਜ਼ਮੀਨ 'ਚ, ਕੋਈ ਫਸਲ ਥੋੜ੍ਹਾ ਬੀਜੀ ਜਾਣੀ ਹੈ, ਉਹਦੇ ਪਿੱਛੇ ਹੱਲਾਂ ਚਾਹੀਦੀਆਂ ਨੇ, ਰੂਟਾਵੇਟਰ ਚਾਹੀਦਾ, ਕੁਛ ਤਾਂ ਚਪਾਉਣਾ ਪਊ। ਮਹਾਰਾਜ ਕਹਿੰਦੇ ਜੋ ਫਸਲ ਬੀਜਣਾ ਚਾਹੁੰਦਾ ਤੇ ਪਹਿਲੋਂ ਰੱਬ ਦੀ ਡਰ ਰੂਪੀ ਜ਼ਮੀਨ ਖਰੀਦ, ਪਵਿੱਤਰਤਾ ਦਾ ਪਾਣੀ ਪਾ, ਸਤ ਸੰਤੋਖ ਬਲੇਦ, ਸਬਰ ਸੰਤੋਖ ਦੇ ਤੇ ਉੱਚਾ ਆਚਰਨ ਦੇ ਤੇਰੇ ਕੋ 2 ਬਲਦ ਹੋਵਣ। ਤੇ ਹਲ ਕਿਹੜੀ ਪਿੱਛੇ ਪਾਉਣੀ ਆ? ਹਲ ਹਲੇਮੀ, ਨਿਮਰਤਾ ਧਾਰਨ ਕਰਨੀ। ਇਹ ਮਾਨੋ ਤੇਰੇ ਕੋ ਹਲ ਹੋਵੇ। ਤੇ ਹਾਰਮੋਨੀਏ ਲਾਗੇ 2 ਬੰਦੂਕਾਂ ਰੱਖੀਆਂ ਤੇ 2 ਬੰਦੂਕਾਂ ਵਾਲੇ ਪਿੱਛੇ ਖਲੋਤੇ ਹੋਏ ਨੇ ਤੇ ਗੁਰਪੁਰਬ ਵਾਲੇ ਦਿਨ ਬੰਦੂਕਾਂ ਵੈਸੇ ਚਲਾਉਂਦੇ ਨੇ। ਇਹ ਲੋਕ ਧਰਮ ਕਿੱਥੋਂ ਕਮਾਉਣਗੇ? ਨਹੀਂ ਨਹੀਂ। ਮਹਾਰਾਜ ਕਹਿੰਦੇ ਹਲ ਹਲੇਮੀ, ਨਿਮਰਤਾ ਧਾਰਨ ਕਰਨੀ। ਆ ਹੁਣ ਅੜਿਆ ਨਾ ਢੱਡਰੀਆਂ ਵਾਲਾ ਪੰਥ ਦੇ ਨਾਲ, ਅੜ ਗਿਆ ਉਹ। ਕਿਉਂ ਅੜ ਗਿਆ? ਉਹਦੀ ਮੱਤ ਮਾਰੀ ਗਈ। ਮੱਤ ਕਿਉਂ ਮਾਰੀ ਗਈ? ਪਿੱਛੇ ਮੱਤ ਮਰੀ ਵਾਲੇ ਲੋਕਾਂ ਨੇ, ਉਹਨੇ ਪੈਸਾ ਦੇਤਾ ਉਹਨੂੰ, ਤੇ ਪੈਸਾ ਲੋਕਾਂ ਦੀ ਮੱਤ ਮਾਰਦਾ ਹੀ ਹੁੰਦਾ ਹੈ। ਅੜ ਗਿਆ ਪੰਥ, ਨਾਲ ਹੀ ਅੜ ਗਿਆ ਉਹ। ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਨਾਲ ਹੀ ਅੜ ਗਿਆ। ਮੰਨ ਗਏ ਹਲ ਹਲੇਮੀ। ਬੰਦਿਆ ਤੇਰੇ ਕੋ ਹੱਲ ਹੋਵੇ, ਨਿਮਰਤਾ। ਜਿੱਦਾਂ ਗੁਰੂ ਅਰਜਨ ਦੇਵ ਨਹੀਂ ਕਹਿੰਦੇ,
ਸੋਰ ਠਰਾ ਦੇਣਾ। ਗਰੀਬੀ ਗਧਾ, ਮੈਂ ਗਧਾ ਰੱਖਿਆ, ਗੁਰਜ ਰੱਖਿਆ ਨਿਮਰਤਾ ਦਾ, ਡਾਂਗ ਵਾਲਾ ਨਹੀਂ। ਹਲ ਹਲੇਮੀ ਹਾਲੀ ਚਿੱਤ, ਤੇ ਬੰਦੇ ਦਾ ਜਿਹੜਾ ਚਿੱਤ ਵਾ ਨਾ ਉਹ ਮਾਨੋ ਹਾਲੀ ਆ। ਹਲ ਕੱਲੀ ਨਹੀਂ ਚੱਲਣੀ, ਹਲ ਨੂੰ ਫੜਨਾ ਪੈਣਾ। ਜਿਹੜਾ ਹਲ ਨੂੰ ਫੜੇ ਉਹਨੂੰ ਹਾਲੀ ਕਹਿੰਦੇ ਨੇ। ਤੇ ਮਹਾਰਾਜ ਜਿਹੜਾ ਚਿੱਤ ਵਾ ਨਾ ਤੇਰਾ, ਇਹ ਮਾਨੋ ਹਾਲੀ ਆ। ਇਹਦੇ ਹੱਥ ਵਿੱਚ ਹਲੇਮੀ ਦੀ ਹਲ ਹੋਵੇ ਤੇ ਸਤ ਸੰਤੋਖ ਬਲਦਾਂ ਨੂੰ ਤੇਰੀ ਮੱਤ ਚਲਾਉਂਦੀ ਹੋਵੇ। ਤੇਰੀ ਮੱਤ ਨੂੰ ਫਿਰ ਹਲ ਨੂੰ ਫੇਰਨਾ, ਹਲੇਮੀ ਨੂੰ ਬਲਦਾਂ ਨੇ ਖਿੱਚਣਾ। ਹਲ ਹਲੇਮੀ ਹਾਲੀ ਚਿੱਤ ਚੇਤਾ ਵੱਤਰ। ਮਹਾਰਾਜ ਕਹਿੰਦੇ ਫਿਰ ਫਸਲ ਬੀਜਣ ਵਾਸਤੇ ਇੱਕ ਵੱਤਰ ਦੀ ਲੋੜ ਪੈਂਦੀ ਆ। ਰੱਬ ਨੂੰ ਚੇਤੇ ਕਰਨਾ, ਇਹ ਮਾਨੋ ਇੱਕ ਵੱਤਰ ਤਿਆਰ ਕਰਨਾ ਹੈ। ਬਲਦ ਵੀ ਹੋਣ, ਹਲ ਵੀ ਹੋਵੇ, ਹਲ ਨੂੰ ਚਲਾਉਣ ਵਾਲਾ ਹਾਲੀ ਵੀ ਹੋਵੇ, ਤੇ ਪਾਣੀ ਵੀ ਹੋਵੇ, ਜ਼ਮੀਨ ਵੀ ਹੋਵੇ। ਪਰ ਜੇ ਵੱਤਰ ਨਾ ਹੋਵੇ ਤੇ ਫਸਲ ਉਗਦੀ ਨਹੀਂ ਹੈ। ਬਾਹਰ ਕਹਿੰਦੇ ਰੱਬ ਨੂੰ ਜਿਹੜਾ ਯਾਦ ਕਰਨਾ ਹੈ ਨਾ, ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਹੈ ਨਾ, ਸੰਗਤ ਵਿੱਚ ਬੈਠ ਕੇ, ਇਹ ਮਾਨੋ ਵੱਤਰ ਤਿਆਰ ਕਰਨਾ ਹੈ ਫਸਲ ਬੀਜਣ ਵਾਸਤੇ। ਚੇਤਾ ਵੱਤਰ, ਚੇਤਾ ਕਰਨਾ ਰੱਬ ਨੂੰ, ਇਹ ਵੱਤਰ ਤਿਆਰ ਕਰਨਾ ਹੈ। ਤੇ ਵਕਤ ਸੰਜੋਗ, ਫਿਰ ਸਮਾਂ ਆਊਗਾ, ਵਕਤ ਆਊਗਾ। ਹੁਣ ਫਸਲ ਅੱਜ ਬੀਜ ਕੇ ਮੈਂ ਛੱਟਾ ਦੇ ਰਿਹਾ, ਹੁਣੇ ਥੋੜ੍ਹਾ ਉਗਾਉਣੀ ਆ, ਵਕਤ ਲੱਗਣਾ ਹੈ। ਤੇ ਮਨ ਦੇ ਵਕਤ ਸੰਜੋਗ, ਸਮਾਂ ਆਉਣਾ ਹੈ। ਜਿੱਦਾਂ ਬਾਹਰੀ ਫਸਲ ਬੀਜੀ ਸੀ, ਅੱਜ ਤੋਂ 20-25 ਦਿਨ ਪਹਿਲਾਂ ਕਣਕ ਬੀਜੀ ਸੀ, ਤੇ ਕਣਕ ਉਗਿਆ ਹੀ ਹੈ ਨਾ। ਤੂੰ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ, ਮਨ ਨੂੰ ਵੱਤਰ ਤਿਆਰ ਕਰ, ਆਪਣੇ ਚਿੱਤ ਨੂੰ ਹਾਲੀ ਬਣਾ, ਤੇ ਹਲੀਮੀ ਨੂੰ ਆਪਣੀ ਹਲ ਬਣਾ, ਤੇ ਸਤ ਸੰਤੋਖ ਦੇ 2 ਬਲਦ ਤਿਆਰ ਕਰ, ਤੇ ਪਵਿੱਤਰਤਾ ਦਾ ਪਾਣੀ ਖੂਹ ਤਿਆਰ ਕਰ, ਰੱਬ ਦੇ ਭੈ ਦੀ ਜ਼ਮੀਨ ਤਿਆਰ ਕਰ, ਤੇ ਵਕਤ ਸੰਜੋਗ, ਸਮਾਂ ਆਵੇਗਾ, ਬਾਰੇ ਕਹਿੰਦੇ ਤੇਰਾ ਸੰਜੋਗ ਹੋ ਜਾਏਗਾ। ਵੇਖੋ ਹੁਣ ਜਿਸ ਦੇ ਕੋਲ ਚੀਜ਼ਾਂ ਸੀ, ਵੱਤਰ ਆਇਆ, ਛੱਟਾ ਦਿੱਤਾ, ਸੁਹਾਗਾ ਫੇਰਿਆ, ਤੇ ਕਣਕ ਉਗਾਈ ਹੈ। ਬਾਹਰ ਕਹਿੰਦੇ ਤੂੰ ਵੀ ਬਲਦ ਰੱਖ ਸਤ ਸੰਤੋਖ ਦੇ, ਹਲੇਮੀ ਨੂੰ ਹਲ ਬਣਾ, ਤੇ ਸਿਮਰਨ ਕਰਨਾ ਹੈ, ਵੱਤਰ ਤਿਆਰ ਕਰਨਾ ਹੈ। ਤੇ ਚੇਤਾ ਵੱਤਰ ਵਕਤ ਸੰਜੋਗ, ਵਕਤ ਆਉਣਾ ਹੈ। ਕਿਉਂਕਿ ਸਮੇਂ ਬਿਨਾ ਫਲ ਹੱਥ ਨਾ ਆਵੇ। ਤੂੰ ਖੇਤੀ ਬੀਜੀ ਜਾ, ਖੇਤੀ ਬੀਜੀ ਜਾ, ਉਗਣਾ ਇਹ ਕੁਦਰਤੀ ਨਿਯਮ ਹੈ। ਤੇ ਰੱਬ ਨਾਲ ਮਿਲਾਪ ਹੋਣਾ ਇਹ ਰੱਬ ਦਾ ਨਿਯਮ ਹੈ। ਤੂੰ ਜੋ ਗੁਰੂ ਨੇ ਕਿਹਾ ਨਾ ਵੀ ਸਤ ਸੰਤੋਖ ਦੇ ਬਲਦ ਰੱਖ, ਹਲੇਮੀ ਦੀ ਹਲ ਰੱਖ, ਤੇ ਪਵਿੱਤਰਤਾ ਦਾ ਪਾਣੀ ਰੱਖ ਕੋਲ, ਖੂਹ ਬਣਾ ਆਪਣੇ ਕੋਲ, ਰੱਬ ਦੇ ਡਰ ਦੀ ਜ਼ਮੀਨ ਖਰੀਦ ਲੈ। ਤੂੰ ਇੱਕ ਕੰਮ ਕਰ ਸਕਦਾ ਹੈ, ਜ਼ਮੀਨ ਖਰੀਦ ਸਕਦਾ ਹੈ, ਪਾਣੀ ਖਰੀਦ ਸਕਦਾ ਹੈ, ਬਲਦ ਖਰੀਦ ਸਕਦਾ ਹੈ, ਹਲ ਖਰੀਦ ਸਕਦਾ ਹੈ, ਹਲ ਨੂੰ ਚਲਾ ਸਕਦਾ ਹੈ, ਬੀਜ ਬੀਜ ਸਕਦਾ ਹੈ, ਸੁਹਾਗਾ ਫੇਰ ਸਕਦਾ ਹੈ। ਉਗਾਉਣਾ ਤੇਰੇ ਵੱਸ ਦਾ ਕੰਮ ਨਹੀਂ, ਉਹਦੇ ਦਾਣੇ ਵਿੱਚੋਂ ਜੀਵ ਨਿਕਲਣਾ ਇਹ ਤੇਰਾ ਕੰਮ, ਤੇਰੇ ਵੱਸ ਨਹੀਂ ਗੱਲ, ਇਹ ਰੱਬ ਦੇ ਵੱਸ ਵਾ। ਰੱਬ ਨੂੰ ਪੈਦਾ ਕਰਦਾ ਹੈ, ਪਰ ਤੈਨੂੰ ਇੰਨੀਆਂ ਚੀਜ਼ਾਂ ਪਹਿਲੋਂ ਕਰਨੀਆਂ ਪਈਆਂ ਤਾਂ ਉਹ ਖੇਤੀ ਉਗੀ। ਇਸੇ ਤਰ੍ਹਾਂ ਤੈਨੂੰ ਵੀ ਨਿਮਰਤਾ ਧਾਰਨ ਕਰਨੀ ਪੈਣੀ, ਸਰ ਸੰਤੋਖ ਦੇ ਬਲਦ ਰੱਖਣੇ ਪੈਣੇ ਨੇ, ਰੱਬ ਨੂੰ ਚੇਤੇ ਕਰਨਾ ਪੈਣਾ, ਤੇ ਚੇਤੇ ਕਰਦਿਆਂ ਕਰਦਿਆਂ ਹੀ ਸਮਾਂ ਆਉਣਾ, ਵਕਤ ਸੰਜੋਗ। ਇਹਦਾ ਅਰਥ ਦਾ ਪਤਾ ਨਹੀਂ ਲੱਗਦਾ, ਮਹਾਰਾਜ ਨੇ ਹੁਣ ਹੀ ਸਮਝਾਇਆ ਵੀ ਇਹਦਾ ਅਰਥ ਆ ਬਣਦਾ। ਕਿਉਂਕਿ ਗੁਰੂ ਕੀ ਵਿਚਾਰ ਕਰਦਿਆਂ ਗੁਰੂ ਆਪੇ ਮਹਾਰਾਜ ਅਰਥ ਖੋਲ ਦਿੰਦੇ ਨੇ। ਤੇ ਮੰਨਦੇ ਵਕਤ ਸੰਜੋਗ, ਸਮਾਂ ਆਉਣਾ ਹੈ, ਵਕਤ ਆਉਣਾ ਹੈ, ਤੇਰਾ ਸੰਜੋਗ ਹੋ ਜਾਣਾ ਹੈ, ਉਗ ਜਾਣਾ ਹੈ। ਪਰ ਉਗਾਉਣ ਵਾਸਤੇ ਪਹਿਲੋਂ ਜ਼ਮੀਨ ਖਰੀਦ, ਬਲਦ ਖਰੀਦ, ਪਾਣੀ ਦਾ ਪ੍ਰਬੰਧ ਕਰ, ਬੀਜ ਲਿਆ, ਉਹਨੂੰ ਚਲਾ, ਸੁਹਾਗੇ ਦਾ ਪ੍ਰਬੰਧ ਕਰ, ਵੱਟਾਂ ਬੰਨ੍ਹ, ਹਾਂਜੀ, ਵੱਤਰ ਦਾ ਖਿਆਲ ਰੱਖ, ਤੇ ਵਕਤ ਸੰਜੋਗ ਸਮੇਂ ਨਾਲ ਮਿਲਾਪ ਹੋ ਜਾਊਗਾ। ਤੂੰ ਅੰਮ੍ਰਿਤ ਵੇਲੇ ਨੂੰ ਸਾਂਭ, ਹਾਂਜੀ, ਅੰਮ੍ਰਿਤ ਵੇਲੇ ਸਿਮਰਨ ਕਰ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਦਰਸ਼ਨ ਕਰ,
ਅੰਮ੍ਰਿਤ ਵੇਲੇ ਉੱਠ ਕੇ ਤੂੰ ਸੰਗਤ ਵਿੱਚ ਆ, ਇੱਥੇ ਬੈਠ ਕੇ ਸਿਮਰਨ ਕਰ, ਕਿਰਤ ਬਿਰਤ ਕਰਕੇ ਗੁਰਸਿੱਖਾਂ ਦੀ ਸੇਵਾ ਕਰ ਤੇ ਆਪੇ ਮਿਲਣ ਹੋ ਜਾਣਾ। ਪਰ ਤੂੰ ਸੋਚਦਾ ਵੀ ਉਹ ਮੋਗੇ ਵਾਲੇ ਸੇਵਾ ਸਿੰਘ ਵਰਗੇ ਮੇਰੇ ਨਾਲ ਮਿਲਣ ਕਰਨ ਦੇਣਗੇ। ਭਰਾ ਮਿਲਣੇ ਕਾ ਚਾਓ, ਉਹ ਤੇ ਆਪ ਨਹੀਂ ਮਿਲੇ ਤੇ ਤੁਹਾਨੂੰ ਕਿੱਥੋਂ ਮਿਲਾ ਦੇਣਗੇ। ਉਹਨਾਂ ਤੇ ਦੁਕਾਨ ਚਲਾਈ ਤੇ ਖੂਬ ਚੱਲ ਗਈ ਭਾਈ ਉਹਨਾਂ ਦੀ ਦੁਕਾਨ। ਨਹੀਂ ਨਹੀਂ, ਰੱਬ ਰਹਿਮਤ ਕਰੇ। ਮਰ ਨਾਮ ਬੀਜ, ਜਦੋਂ ਇਹ ਚੀਜ਼ਾਂ ਹੋਣਗੀਆਂ ਫਿਰ ਅੰਮ੍ਰਿਤ ਵੇਲੇ ਨਾਮ ਬੀਜਿਆ ਕਰੀ ਤੇ ਬਖਸ਼ੀਸ਼ ਬੋਲ। ਰੱਬ ਦੀ ਬਖਸ਼ਿਸ਼ ਮਾਨੋ, ਫਿਰ ਬੋਲ ਤੇਰੇ ਅੰਦਰ ਲੱਗ ਜਾਏਗਾ ਤੇ ਦੁਨੀਆ ਸਗਲ ਦਰੋਗ। ਜਿੱਦਣ ਰੱਬ ਦੇ ਨਾਲ ਮਿਲਣ ਹੋ ਜਾਂਦਾ ਹੈ ਫਿਰ ਐ ਮਹਿਸੂਸ ਹੁੰਦਾ ਵੀ ਦੁਨੀਆ ਕੂੜ, ਰਾਜਾ ਕੂੜ, ਪਰਜਾ ਕੂੜ, ਸਭ ਸੰਸਾਰ ਕੂੜ, ਮੰਡਪ ਕੂੜ, ਮਾੜੀ ਕੂੜ, ਬੈਸਨਹਾਰ ਕੂੜ, ਸੋਨਾ ਕੂੜ, ਰੂਪਾ ਕੂੜ, ਪਹਿਨਨਹਾਰ ਸਭ ਝੂਠ। ਸਿਮਰਤ ਵੇਦ ਪੁਰਾਣ, ਪੁਕਾਰਨ ਪੋਥੀਆਂ, ਨਾ ਬਿਨਾ ਸਭ ਕੂੜ, ਗੱਲ ਹੀ ਹੋਛੀਆਂ। ਤੇ ਮਹਾਰਾਜ ਕਹਿੰਦੇ ਇਹ ਆ ਗੁਰਮੁਖ ਦਾ ਖੇਤ। ਤੇ ਮਨਮੁਖ ਦਾ ਖੇਤ ਕੀ ਹੈ? ਮਨਮੁਖ ਕ੍ਰੋਧ ਬੀਜਦਾ ਹੈ, ਮਨਮੁਖ ਕਾਮ ਬੀਜਦਾ ਹੈ, ਮਨਮੁਖ ਦੇ ਕੋਲ ਲੋਭ ਦਾ ਵੱਤਰ ਹੁੰਦਾ ਹੈ, ਝੂਠ ਦਾ ਬੀਜ ਬੀਜਦਾ। ਤੇ ਜਦੋਂ ਬੀਜਿਆ ਗਿਆ ਝੂਠ ਫਿਰ ਉਗਣਾ ਵੀ ਝੂਠ ਵਾ। ਤੇ ਮਹਾਰਾਜ ਕਹਿੰਦੇ ਬੰਦਿਆ ਤੇਰੇ ਕੋ ਤੂੰ 24 ਘੰਟਿਆਂ ਵਿੱਚ 2 ਫਸਲਾਂ ਲੈ ਸਕਦਾ ਹੈ, ਇੱਕ ਰਾਤ ਦੀ ਫਸਲ, ਇੱਕ ਦਿਨ ਦੀ ਫਸਲ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਅਸਲੀ ਖੇਤੀ, ਜਿਹੜੀ ਧਰਮੀ ਲੋਕ ਕਰਦੇ ਨੇ, ਜਿਹੜੇ ਮਹਾਂਪੁਰਖ ਕਰਦੇ ਨੇ, ਹੱਟੀ ਕਿਹੜੀ ਕਰਦੇ ਨੇ? ਕੱਲ੍ਹ ਦੱਸਿਆ ਸੀ ਮਹਾਰਾਜ ਨੇ ਕਿ ਗੁਰ ਕੀ ਬਚਨੀ ਹਾਟ ਬਕਾਨਾ। ਮੈਨੂੰ ਤੇ ਮੇਰੇ ਗੁਰੂ ਨੇ ਖਰੀਦਿਆ ਹੋਇਆ ਤੇ ਮੈਂ ਹੱਟੀ ਤੇ ਬੈਠਾ ਹੋਇਆ ਵਾਂ। ਤੇ ਅੱਜ ਮਹਾਰਾਜ ਕਿਹਾ ਵੀ ਅੰਦਰ ਦੀ ਖੇਤੀ ਕਿਵੇਂ ਕਰਨੀ ਹੈ? ਨਾਮ ਕਿਉਂ ਨਹੀਂ ਉਗਦਾ ਅੱਜ ਸਾਡਾ, ਕਿਉਂ ਨਹੀਂ ਬੀਜਿਆ ਜਾਂਦਾ? ਉਹਦੇ ਵਾਸਤੇ ਚੀਜ਼ਾਂ ਚਾਹੀਦੀਆਂ ਨੇ, ਜ਼ਮੀਨ ਚਾਹੀਦੀ, ਪਾਣੀ ਚਾਹੀਦਾ, ਸਾਰਾ ਜ਼ਿਕਰ ਮਹਾਰਾਜ ਨੇ ਕਿਹਾ। ਪਉ ਪੋਏ ਪਵਿੱਤ ਪਾਣੀ, ਸਤ ਸੰਤੋਖ ਬਲੇਦ, ਹਲ ਹਲੇਮੀ ਹਾਲੀ ਚਿੱਤ, ਚੇਤਾ ਵੱਤਰ ਵਖਤ ਸੰਜੋਗ, ਨਾਮ ਬੀਜ ਬਖਸ਼ੀਸ਼ ਬੋਲ, ਦੁਨੀਆ ਸਗਲ ਦਰੋਗ, ਨਾਨਕ ਕਰਮੀ ਬਖਸ਼ੋ ਲੈ ਜਾਏ ਵਜੋਗ। ਫਿਰ ਜਦੋਂ ਰਹਿਮਤਾਂ ਹੋਣਗੀਆਂ, ਜਦੋਂ ਉੱਗੇਗਾ ਕਿ ਮਹਾਰਾਜ ਨੇ ਫਿਰ ਬਚਨ ਕੀਤਾ ਕਿ ਪੱਤ ਕੇ ਸਾਧ ਖਾਂਦਾ ਲਹੇ, ਦਾਨਾ ਕੇ ਸਿਰ ਦਾਨ, ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ। ਤੂੰ ਬੀਜ ਕੇ ਤਾਂ ਵੇਖ, ਇਹਦੇ 'ਚ ਫੁੱਲ ਆਉਣਗੇ, ਜ਼ਿੰਦਗੀ ਵਿੱਚ ਸੁਗੰਧੀ ਹੋਏਗੀ, ਬਰਿਆਈ ਨਹੀਂ ਹੋਏਗੀ। ਤੂੰ ਨਾਮ ਦਾ ਬੀਜ ਤਾਂ ਬੀਜ ਕੇ ਵੇਖ ਆਪਣੇ ਹਿਰਦੇ ਰੂਪੀ ਧਰਤੀ ਉੱਤੇ। ਮਰਨ ਸਤਿਗੁਰ ਸਹਿਜੇ ਕਾ ਖੇਤ ਹੈ, ਜਿਸ ਨੂੰ ਲਾਏ ਪਾਓ, ਨਾਉ ਬੀਜੇ ਨਾਉ ਗਵੇ, ਨਾਮੁ ਰਹੇ ਸੰਭਾਲ। ਸਤਿਗੁਰ ਸਹਿਜੇ ਦਾ ਖੇਤ ਹੈ ਭਾਈ। ਤੇ ਮਰ ਗਏ ਪੱਤ ਕੇ ਸਾਧ ਖਾਂਦਾ ਲਏ, ਦਾਨਾ ਕੇ ਸਰਦਾਨ। ਸਤਿਗੁਰ ਸਹਿਜੇ ਦਾ ਖੇਤ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਨਾਨਕ ਗੁਰ ਸੰਤੋਖ ਰੁਖ, ਜਦੋਂ ਤੂੰ ਆਪਣੇ ਅੰਦਰ ਹਿਰਦੇ ਵਿੱਚ ਗਿਆਨ ਨੂੰ ਬੀਜਿਆ, ਗੁਰੂ ਨੂੰ ਬੀਜਿਆ, ਨਾਨਕ ਗੁਰ ਸੰਤੋਖ ਰੁਖ, ਫਿਰ ਇਹ ਤੇਰੇ ਅੰਦਰ ਸੰਤੋਖ ਦਾ ਰੁਖ ਪੈਦਾ ਹੋਣਾ ਹੈ। ਸੰਤੋਖ ਰੁਖ, ਫਲ ਫੁੱਲ, ਧਰਮ ਫਲ, ਫੁੱਲ ਗਿਆਨ, ਰਸ ਰਸਿਆ ਸਦਾ ਹਰਿਆ, ਪੱਕੇ ਕਰਮ ਧਿਆਨ, ਪੱਤ ਕੇ ਸਾਧ ਖਾਂਦਾ ਲਹਿ, ਦਾਨਾ ਕੇ ਸਿਰ ਦਾਨ। ਮਹਾਰਾਜ ਕਿਰਪਾ ਕਰਨ। ਦੁਨੀਆ ਤੇ ਸਭ ਤੋਂ ਵੱਡੀ ਕੋ ਰੱਬ ਬਖਸ਼ਿਸ਼ ਹੈ ਰੱਬ ਦੀ, ਹੈ ਤੇ ਸਾਰੀਆਂ ਉਸ ਦੀਆਂ ਦਾਤਾਂ ਨੇ, ਦਤਾਰ ਦੀਆਂ ਦਾਤਾਂ ਨੇ ਨਾ। ਹਵਾ ਪਾਣੀ ਧਰਤੀ ਚੰਦ ਸੂਰਜ ਰੁੱਖ ਪੇੜ ਫੁੱਲ ਫਲ ਬਨਸਪਤੀ ਅਨਾਜ, ਜੋ ਵੀ ਕੁਛ ਹੈ ਰੱਬ ਦੀਆਂ ਦਾਤਾਂ ਹੀ ਨੇ। ਪਰ ਪੱਤ ਕੇ ਸਾਧ ਖਾਂਦਾ ਲਏ, ਦਾਨਾ ਕੇ ਸਿਰ ਧਾਨ। ਇਹ ਹਿਰਦੇ ਰੂਪੀ ਖੇਤੀ ਵਿੱਚ ਨਾਮ ਨੂੰ ਬੀਜਣਾ ਤੇ ਉਹਦਾ ਆਨੰਦ ਮਾਣਨਾ, ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਰੱਬ ਦੀ ਧਰਤੀ ਉੱਤੇ। ਸਾਹਿਬ ਕਿਰਪਾ ਕਰਨ ਜੀ। ਫਿਰ ਆਉਣ ਵਾਲੇ ਸਮੇਂ 'ਚ ਆਪਾਂ ਸੁਲਤਾਨਪੁਰ ਦਾ ਇਤਿਹਾਸ, ਗੁਰੂ ਨਾਨਕ ਸਾਹਿਬ ਜੀ ਉੱਥੇ ਕਿਸ ਤਰ੍ਹਾਂ ਜ਼ਿੰਦਗੀ 14 ਸਾਲ ਗੁਜ਼ਾਰੀ, ਕੀ ਕੀ ਬਖਸ਼ਾਂ ਕੀਤੀਆਂ, ਉਹ ਆਉਣ ਵਾਲੇ ਸਮੇਂ 'ਚ ਆਪਾਂ ਵਿਚਾਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।